So, good evening to all of you, and good morning, Dr. Saab, गुड मॉर्निंग जी। and welcome back again to the Zoom webinar to all of you ਜਿਨ੍ਹਾਂ ਨੇ ਸਾਨੂੰ ਜੁਆਇਨ ਕੀਤਾ ਹੈਗਾ, ਜਿਨ੍ਹਾਂ ਨੇ ਹਲੇ ਤੱਕ ਨਹੀਂ ਕੀਤਾ ਉਹਨਾਂ ਨੂੰ ਵੀ ਜਿਹੜਾ ਲਿੰਕ ਹੈ ਉਹ ਮਿਲ ਗਿਆ ਹੋਣਾ। ਤੇ ਜਿਹੜੇ ਬਾਈ ਚਾਂਸ ਨਹੀਂ ਜੁਆਇਨ ਕਰ ਪਾਓਗੇ ਤਾਂ ਉਹਨਾਂ ਦੀਆਂ ਰਿਕਾਰਡਿੰਗਸ ਐਜ਼ ਯੂਜ਼ੁਅਲੀ ਤੁਹਾਨੂੰ YouTube ਚੈਨਲ ਤੇ ਮਿਲ ਜਾਣਗੀਆਂ। ਤੇ ਅੱਜ ਸਾਡੇ ਨਾਲ ਆਪਣਾ ਬਹੁਤ ਕੀਮਤੀ ਵਕਤ ਕੱਢ ਕੇ ਫਿਰ ਤੋਂ ਡਾਕਟਰ JS ਵਿਰਕ ਜੀ ਸਾਡੇ ਨਾਲ ਜਿਹੜੇ ਰੂਬਰੂ ਹੋਏ ਆ MBBS FAMS FCGP PGD GM ਹਮੇਸ਼ਾ ਦੀ ਤਰ੍ਹਾਂ ਇੱਕ ਬਹੁਤ ਹੀ ਇੰਪੋਰਟੈਂਟ ਤੇ ਵੈਲਿਊਏਬਲ ਟੌਪਿਕ ਲੈ ਕੇ ਕਿ ਜਿਹੜੀਆਂ ਸਾਡੀ ਹਿਚਕੀ ਆ ਕਈ ਵਾਰ ਬਹੁਤ ਟਾਈਮ ਤੱਕ ਜਿਹੜੀ ਸਾਨੂੰ ਰੈਗੂਲਰ ਵੀ ਰਹਿੰਦੀ ਹੈਗੀ ਆ ਤੇ ਕਈ ਵਾਰ ਇਹਦੀ ਵਜ੍ਹਾ ਨਾਲ ਕਈ ਪ੍ਰੋਬਲਮਸ ਵੀ ਜਿਹੜੀਆਂ ਸਾਨੂੰ ਡਿਸਟਰਬ ਕਰਦੀਆਂ ਹੈਗੀਆਂ ਤੇ ਇਸ ਕਰਕੇ ਕੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਆ ਔਰ ਕੀ ਇਹਦਾ ਇਲਾਜ ਹੈਗਾ ਆ ਉਹ ਸਾਨੂੰ ਡਾਕਟਰ JS ਵਿਰਕ ਜੀ ਅੱਜ ਇਸ ਟੌਪਿਕ ਦੇ ਵਿੱਚ ਦੱਸਣਗੇ ਤੇ ਆਪਾਂ ਉਹਨਾਂ ਦਾ ਵੈਲਕਮ ਕਰਦੇ ਹਾਂ। ਵੈਲਕਮ ਡਾਕਟਰ ਸਾਹਿਬ। ਨਮਸਕਾਰ ਜੀ। ਜੀ ਪਲੀਜ਼ ਕੰਟੀਨਿਊ ਸਰ। ਹੈਲੋ ਮੇਰੇ ਪਿਆਰੇ ਭੈਣੋ ਤੇ ਭਰਾਵੋ, ਅੱਜ ਅਸੀਂ ਇੱਕ ਹੋਰ ਨਵਾਂ ਟੌਪਿਕ ਲੈ ਕੇ ਹਾਜ਼ਰ ਹੋਏ ਹਾਂ ਕਿ ਕੀ ਤੁਹਾਡੀਆਂ ਹਿਚਕੀਆਂ ਤੁਹਾਨੂੰ ਪਰੇਸ਼ਾਨ ਕਰਦੀਆਂ ਆ। ਭਾਰਤੀ ਸਮਾਜ ਦੇ ਵਿੱਚ ਇੱਕ ਪ੍ਰਚਲਿਤ ਸਟੋਰੀ ਆ ਕਿ ਜਦੋਂ ਤੁਹਾਨੂੰ ਹਿਚਕੀ ਲੱਗਦੀ ਆ ਤੇ ਕੋਈ ਨਾ ਕੋਈ ਤੁਹਾਨੂੰ ਯਾਦ ਕਰਦਾ ਆ ਤੇ ਜੇ ਤੁਸੀਂ ਉਸ ਜਿਹੜਾ ਬੰਦਾ ਤੁਹਾਨੂੰ ਯਾਦ ਕਰਦਾ ਆ ਉਹਨੂੰ ਉਹਦਾ ਨਾਂ ਤੁਸੀਂ ਲੈ ਲੈਂਦੇ ਆ, ਤੁਹਾਨੂੰ ਯਾਦ ਆ ਜਾਂਦਾ ਆ ਤੇ ਉਹ ਹਿਚਕੀ ਹਟ ਜਾਂਦੀ ਆ। ਇਹ ਓਲਡ ਟੇਲ ਹੈ ਇਹਦੇ ਬਾਰੇ ਪ੍ਰਚਲਿਤ। ਤੇ ਹੁਣ ਆਪਾਂ ਦੇਖਦੇ ਹਾਂ ਕਿ ਹਿਚਕੀ ਹੈ ਕੀ ਹੈ। ਇਹ ਇੱਕ ਤਰ੍ਹਾਂ ਦੀ ਸਾਡੀ ਮਸਲਸ ਦੀ ਕੰਟਰੈਕਸ਼ਨ ਹੈ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਸਾਡੇ ਚੈਸਟ ਤੇ ਔਰ ਅਬਡੋਮਨ ਦੇ ਦਰਮਿਆਨ ਇੱਕ ਮਸਲ ਹੈ ਜਿਹਨੂੰ ਡਾਇਆਫਰਾਮ ਕਹਿੰਦੇ ਆ। ਇਹ ਉਹਦੀਆਂ ਲਗਾਤਾਰ ਤੇ ਅਨਕੰਟਰੋਲੇਬਲ ਸਾਡੇ ਕੰਟਰੋਲ 'ਚ ਨਹੀਂ ਰਹਿੰਦੀਆਂ, ਇਹ ਅਣਇੱਛਤ ਹੁੰਦੀਆਂ, ਇਹ ਅਨਕੰਟਰੋਲੇਬਲ ਮੂਵਮੈਂਟਸ ਹੋ ਜਾਂਦੀਆਂ। ਜਦੋਂ ਇਹ ਮੂਵਮੈਂਟਸ ਹੁੰਦੀਆਂ ਉਹਦੇ ਨਾਲ ਕੀ ਹੁੰਦਾ ਆ ਕਿ ਉਹਦੇ ਨਾਲ ਜਿਹੜਾ ਸਾਡਾ ਆਵਾਜ਼ ਪੈਦਾ ਕਰਨ ਵਾਲਾ ਵੋਕਲ ਕਾਰਡ ਹੈਗਾ ਆ ਉਹ ਥੋੜੇ ਸਮੇਂ ਲਈ ਬੰਦ ਹੋ ਜਾਂਦਾ ਆ। ਜਦੋਂ ਉਹ ਬੰਦ ਹੁੰਦਾ ਆ ਤੇ ਉਹਦੇ ਨਾਲ ਇੱਕ ਤਰ੍ਹਾਂ ਦੀ ਆਵਾਜ਼ ਪੈਦਾ ਹੁੰਦੀ ਹੈਗੀ ਆ, ਉਹਨੂੰ ਅਸੀਂ ਹਿਚਕੀ ਕਹਿੰਦੇ ਆ। ਇਹਦਾ ਕਾਰਨ ਕੀ ਹੈ? ਕੁਛ ਕਾਮਨ ਕਾਜ਼ ਜਿਹੜੇ ਹੈਗੇ ਆ ਉਹਦੇ ਜਦੋਂ ਅਸੀਂ ਕੋਈ ਕਾਰਬੋਨੇਟਡ ਡਰਿੰਕ ਲੈ ਲੈਂਦੇ ਆ, ਜਿੱਦਾਂ ਕੋਕਾ ਕੋਲਾ ਪੀ ਲਿਆ, ਪੈਪਸੀ ਕੋਲਾ ਪੀ ਲਿਆ ਜਿਹਦੇ ਵਿੱਚ ਗੈਸ ਹੁੰਦੀ ਆ, ਉਸ ਤਰ੍ਹਾਂ ਦਾ ਕੋਈ ਬੈਵਰੇਜ ਲੈ ਲਿਆ ਤਾਂ ਫੇਰ ਇਹ ਸ਼ੁਰੂ ਹੋ ਸਕਦੀ ਆ। ਕਈ ਵਾਰੀ ਅਸੀਂ ਬਹੁਤ ਜ਼ਿਆਦਾ ਪੇਟ ਭਰ ਕੇ ਖਾਣਾ ਖਾ ਲਿਆ ਤਾਂ ਹੋ ਸਕਦੀ ਆ। ਕਈ ਵਾਰੀ ਜਦੋਂ ਅਸੀਂ ਪਰੇਸ਼ਾਨ ਹੁੰਦੇ ਆ ਤੇ ਅਸੀਂ ਬਹੁਤ ਸਾਰੀ ਹਵਾ ਜਿਹੜੀ ਆ ਉਹ ਅੰਦਰ ਇੰਜੈਸਟ ਕਰ ਲੈਂਦੇ ਆ, ਮਤਲਬ ਸਾਹ ਦੀ ਬਜਾਏ ਅਸੀਂ ਖਾਣੇ ਵਾਲੀ ਨਾਲੀ ਦੇ ਵਿੱਚ ਸਾਡੀ ਹਵਾ ਚਲ ਜਾਂਦੀ ਆ। ਉਹਦੇ ਨਾਲ ਵੀ ਫਿਰ ਉਹ ਜਦੋਂ ਹਵਾ ਕੱਢਦੇ ਆ ਅਸੀਂ ਤਾਂ ਫਿਰ ਹਿਚਕੀ ਦੇ ਮਹਿਸੂਸ ਕਰਦੇ ਹੈਗੇ ਆ। ਇਹ ਸਟਰੈਸ ਕਰਕੇ ਹੋ ਸਕਦੀ ਹੈਗੀ ਆ। ਜਦੋਂ ਦਿਮਾਗ ਦੇ ਉੱਤੇ ਬਹੁਤ ਪਰੇਸ਼ਾਨੀ ਹੁੰਦੀ ਆ ਤਾਂ ਫਿਰ ਅਸੀਂ ਹਵਾ ਐਰੋਫੇਜੀ ਕਹਿੰਦੇ ਆ ਉਹਨੂੰ, ਉਹ ਖਾ ਲੈਂਦੇ ਹੈਗੇ ਆ। ਜਾਂ ਫਿਰ ਕਈ ਵਾਰੀ ਤੁਸੀਂ ਦੇਖਿਆ ਹੋਊਗਾ ਕਿ ਤੁਸੀਂ ਬਹੁਤ ਮਿਰਚਾਂ ਵਾਲੀ ਚੀਜ਼ ਕੋਈ ਖਾ ਲਈ ਆ, ਉਹਦੇ ਤੋਂ ਬਾਅਦ ਵੀ ਇਹ ਪ੍ਰੋਬਲਮ ਤੁਹਾਨੂੰ ਹੋ ਸਕਦੀ ਹੈਗੀ ਆ। ਇਹਦੇ ਨਾਲ ਜਿਹੜੀ ਬਹੁਤ ਜ਼ਿਆਦਾ ਪਰਸਿਸਟੈਂਟ ਲਗਾਤਾਰ ਜਿਹੜੀ ਹਿਚਕੀ ਹਟਦੀ ਨਹੀਂ ਹੈ, ਉਹ ਇੱਕ ਤਰ੍ਹਾਂ ਦੀ ਸਾਡੀ ਨਰਵਸ ਹੈਗੀਆਂ ਜਿਹੜੀਆਂ ਉਹਨਾਂ ਦੀ ਇੰਜਰੀ ਕਰਕੇ ਜਾਂ ਉਹਨਾਂ ਦੀ ਇਰੀਟੇਸ਼ਨ ਕਰਕੇ ਹੁੰਦੀ ਹੈਗੀ ਆ। ਇਹ ਦੋ ਨਾੜਾਂ ਹੈਗੀਆਂ ਜਿਨ੍ਹਾਂ ਨੂੰ ਇੱਕ ਨੂੰ ਵੇਗਸ ਕਹਿੰਦੇ ਆ, ਇਹ 10ਵੀਂ ਕਰੇਨੀਅਲ ਨਰਵ ਹੈ, ਤੇ ਇੱਕ ਫਰੈਨਿਕ ਨਰਵ ਹੈ ਜਿਹੜੀ ਕਿ ਸਾਡੇ ਡਾਇਆਫਰਾਮ ਜਿਹੜਾ ਮੈਂ ਗੱਲ ਕੀਤੀ ਆ ਕਿ ਸਾਡਾ ਮਸਲ ਹੈ ਲੰਗਸ ਦੇ ਚੈਸਟ ਦੇ ਤੇ ਅਬਡੋਮਨ ਦੇ ਦਰਮਿਆਨ ਜਿਹੜਾ ਸਾਹ ਵਾਲਾ ਮਸਲ ਹੈਗਾ ਉਹਨੂੰ ਇਹ ਸਪਲਾਈ ਕਰਦੀ ਹੈਗੀ ਆ। ਇਹ ਦੋਨੋਂ ਹੀ ਨਰਵਸ ਜਿਹੜੀਆਂ ਹੈਗੀਆਂ ਆ ਡਾਇਆਫਰਾਮ ਦੀ ਮੂਵਮੈਂਟ ਨੂੰ ਕੰਟਰੋਲ ਕਰਦੀਆਂ ਹੈ।
ਜਿਸ ਤਰ੍ਹਾਂ ਪੁਕਾਨਾ ਹੁੰਦਾ ਹੈ ਕਿ ਨਹੀਂ, ਮਤਲਬ ਭਵਕੀ ਹੁੰਦੀ ਆ ਜਿਹੜੀ, ਭਾਂਡੇ ਕਲੀ ਕਰਨ ਵਾਲੇ ਉਹਦੀ ਭਵਕੀ ਹੁੰਦੀ ਆ, ਉਹ ਇਸ ਤਰ੍ਹਾਂ ਇਹ ਸਾਡਾ ਜਿਹੜਾ ਡਾਇਆਫਰਾਮ ਆ ਇਸ ਤਰ੍ਹਾਂ ਹਵਾ ਜਿਹੜੀ ਆ ਉਹ ਲੈਂਦਾ ਤੇ ਛੱਡਦਾ ਹੈਗਾ। ਇਹ ਜਿਹੜੀਆਂ ਨਾੜਾਂ ਹੈਗੀਆਂ ਇਹ ਕਿਸ ਤਰ੍ਹਾਂ ਅਫੈਕਟ ਹੁੰਦੀਆਂ ਹੈਗੀਆਂ, ਜਾਂ ਕਈ ਵਾਰੀ ਤਾਂ ਜੇ ਸਾਡੇ ਈਅਰ ਡਰਮ ਜਿਹੜੀ ਸਾਡੀ ਕੰਨ ਵਾਲੀ ਪਰਦਾ ਹੈ ਉਹਦੇ ਵਿੱਚ ਕੋਈ ਇਰੀਟੇਸ਼ਨ ਹੋ ਜਾਂਦੀ ਹੈਗੀ ਆ, ਜੇ ਕੋਈ ਮਤਲਬ ਕੋਈ ਅਸੀਂ ਫੋਰਨ ਬੋਡੀ ਇਹਦੇ ਵਿੱਚ ਕੰਨ ਦੇ ਪਰਦੇ ਦੇ ਵਿੱਚ ਟੱਚ ਕਰਦੇ ਆ ਜਾਂ ਮਾਰਦੇ ਆ, ਇਹ ਉਹਦੇ ਨਾਲ ਵੀ ਇਰੀਟੇਟ ਹੋ ਜਾਂਦੀ ਹੈਗੀ ਆ। ਕਈ ਵਾਰੀ ਅਸੀਂ ਸਾਡਾ ਗਲਾ ਖਰਾਬ ਹੈਗਾ ਉਹਦੀ ਇਰੀਟੇਸ਼ਨ ਕਰਕੇ, ਜਾਂ ਗਲ ਦੇ ਵਿੱਚ ਅਸੀਂ ਮਾਰਦੇ ਆ ਕੋਈ ਚੀਜ਼ ਉਂਗਲੀਆਂ ਵਗੈਰਾ, ਜਾਂ ਉਹਦੇ ਨਾਲ ਵੀ ਹੋ ਜਾਂਦਾ। ਕਈ ਵਾਰੀ ਇਹ ਗੋਇਟਰ ਜਿਹੜਾ ਥਾਇਰਾਇਡ ਦਾ ਸੂਜਨ ਹੈਗੀ ਆ, ਹਾਈਪਰ ਪਲਾਸੀਆ ਆਫ ਥਾਇਰਾਇਡ ਗਲੈਂਡ ਹੈਗੀ ਆ, ਉਹਦੇ ਗੋਇਟਰ ਦੇ ਨਾਲ ਵੀ ਹੋ ਸਕਦਾ। ਕਈ ਵਾਰੀ ਗੈਸਟ੍ਰੋ ਐਸੋਫੇਜੀਅਲ ਰਿਫਲਕਸ, ਜਿਹੜੀ ਜਿੱਦਾਂ ਸਾਡੀ ਕੋਈ ਜ਼ਿਆਦਾ ਚੀਜ਼ ਖਾ ਲਈ ਆ ਤੇ ਉਹ ਜਿਹੜੀ ਖਾਣ ਵਾਲੀ ਚੀਜ਼ ਹੈਗੀ ਆ ਉਹ ਉੱਪਰ ਨੂੰ ਆ ਗਈ ਆ ਗਲੇ ਤੱਕ, ਉਹਦੇ ਨਾਲ ਵੀ ਹੋ ਸਕਦਾ ਹੈਗਾ। ਕਈ ਵਾਰੀ ਫਿਰ ਇਹ ਜਿਹੜੀ ਸਾਡੀ ਖੁਰਾਕ ਦੀ ਨਾਲੀ ਐਸੋਫੇਗਸ ਹੈਗੀ ਆ ਉਹਦੇ ਵਿੱਚ ਕੋਈ ਟਿਊਮਰ ਹੈਗਾ, ਕੋਈ ਰਸੌਲੀ ਹੈਗੀ ਆ, ਜਾਂ ਕੋਈ ਸਿਸਟ ਹੈਗਾ ਆ, ਉਹਦੇ ਨਾਲ ਵੀ ਇਹ ਪ੍ਰੋਬਲਮ ਹੋ ਸਕਦੀ ਹੈਗੀ ਆ। ਕਿਹੜੇ ਕਿਹੜੇ ਖਾਣੇ ਆ ਜਿਹੜੇ ਕਿ ਇਹਨੂੰ ਪੈਦਾ ਕਰ ਸਕਦੇ ਹੈਗੇ ਆ? ਇੱਕ ਤਾਂ ਜੇ ਤੁਸੀਂ ਹੌਟ ਤੇ ਸਪਾਈਸੀ ਫੂਡ ਖਾਣੇ ਹੈਗੇ ਆ, ਉਹ ਤੁਹਾਡੇ ਇਰੀਟੇਟ ਕਰਦਾ, ਜਿਹੜੀ ਫਰੈਨਿਕ ਨਰਵ ਇਹਨੂੰ ਜਾਂਦੀ ਹੈਗੀ ਆ, ਜਿਹੜੀ ਕਿ ਐਸੋਫੇਗਸ ਦੇ ਜਿਹੜੀ ਸਾਡੀ ਖੁਰਾਕ ਦੀ ਨਾਲੀ ਆ ਉਹਦੇ ਨਾਲ ਹੀ ਉਹ ਲੋਕੇਟ ਕੀਤੀ ਹੋਈ ਆ। ਕਈ ਵਾਰੀ ਜਿਸ ਤਰ੍ਹਾਂ ਮੈਂ ਦੱਸਿਆ ਤੁਹਾਨੂੰ ਕਿ ਗੈਸ ਸਾਡੇ ਸਟਮਕ ਦੇ ਵਿੱਚ ਜ਼ਿਆਦਾ ਹੋ ਜਾਂਦੀ ਹੈਗੀ ਆ, ਉਹ ਵੀ ਡਾਇਆਫਰਾਮ ਦੇ ਅਗੇਂਸਟ ਪ੍ਰੈਸ ਕਰਦੀ ਆ ਤੇ ਉਹਦੇ ਨਾਲ ਵੀ ਇਹ ਹੋ ਸਕਦੀ ਹੈ। ਜਾਂ ਫਿਰ ਬਹੁਤ ਸਾਰਾ ਖਾਣਾ ਖਾ ਕੇ ਡਿਸਟੈਂਸ਼ਨ ਹੋ ਗਈ ਆ ਪੇਟ ਦੀ, ਉਹਦੇ ਨਾਲ ਵੀ ਇਹ ਇਰੀਟੇਟ ਹੋ ਜਾਂਦੀ ਹੈਗੀ ਆ। ਜਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਆ ਕਿ ਡਰਿੰਕਿੰਗ ਸੋਡਾਸ ਜਿਹੜੇ ਹੈਗੇ ਆ, ਕਾਰਬੋਨੇਟਡ ਡਰਿੰਕਸ ਹੈਗੀਆਂ ਆ, ਜਾਂ ਹੌਟ ਲਿਕੁਇਡ ਬਹੁਤ ਜ਼ਿਆਦਾ ਗਰਮ ਅਸੀਂ ਕੋਈ ਚੀਜ਼ ਖਾ ਲਈ ਆ, ਕਈ ਵਾਰੀ ਫਿਰ ਅਲਕੋਹਲਿਕ ਡਰਿੰਕਸ ਦੇ ਨਾਲ ਵੀ ਹੋ ਜਾਂਦੀਆਂ ਹੈਗੀਆਂ ਆ। ਇਸ ਤਰੀਕੇ ਦੇ ਨਾਲ ਇਹ ਚੀਜ਼ੇ ਫੂਡਸ ਹੈਗੇ ਆ, ਇਹ ਇਹਨੂੰ ਟ੍ਰਿਗਰ ਕਰਦੇ ਹੈਗੇ ਆ। ਜੇ ਲੌਂਗ ਟਰਮ ਹਿਕਅਪਸ ਜਿਹੜੀਆਂ ਆਮ ਤਾਂ ਮੇਰਾ ਖਿਆਲ ਹਰ ਇੱਕ ਨੂੰ ਮਹਿਸੂਸ ਹੋਈ ਹੋਏਗੀ, ਹਿਕਅਪ ਆਉਂਦੀ ਆ ਥੋੜੀ ਦੇਰ ਬਾਅਦ ਹਟ ਜਾਂਦੀ ਆ। ਕਈ ਵਾਰੀ ਇਹ ਜਿਹੜੀ ਹਿਚਕੀ ਆ ਇਹ ਕਾਫੀ ਦੇਰ ਤੱਕ ਰਹਿੰਦੀ ਆ, ਜਿਹੜੀਆਂ 48 ਘੰਟੇ ਮਤਲਬ 2 ਦਿਨਾਂ ਤੋਂ ਜ਼ਿਆਦਾ ਰਹਿੰਦੀਆਂ ਆ, ਉਹਨਾਂ ਨੂੰ ਅਸੀਂ ਲੌਂਗ ਟਰਮ ਹਿਕਅਪਸ ਕਹਿੰਦੇ ਆ। ਉਹ ਲਗਾਤਾਰ ਆਈ ਜਾਂਦੀਆਂ, ਹਟਦੀਆਂ ਨਹੀਂ ਹੈ। ਇਹਨਾਂ ਨੂੰ ਅਸੀਂ ਪਰਸਿਸਟੈਂਟ ਹਿਕਅਪਸ ਕਹਿੰਦੇ ਹੈਗੇ ਆ, ਤੇ ਇਹ 2 ਮਹੀਨੇ ਤੱਕ ਚੱਲੀ ਜਾਂਦੀਆਂ ਹੈਗੀਆਂ, ਅਨਟਰੈਕਟੇਬਲ ਹੈਗੀਆਂ। ਇਹਨਾਂ ਦਾ ਮਤਲਬ ਪਤਾ ਨਹੀਂ ਲੱਗਦਾ ਕਿ ਇਹ ਕਿਉਂ ਸ਼ੁਰੂ ਹੋ ਗਈਆਂ, ਤੇ ਬਹੁਤ ਡਿਫਿਕਲਟ ਆ ਮੈਨੇਜ ਕਰਨੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਲਗਾਤਾਰ ਹੀ ਹਿਚਕੀ ਆਈ ਜਾਂਦੀ ਹੈਗੀ ਆ। ਇਹ ਜਿਹੜੀਆਂ ਹਿਕਅਪਸ ਹੈਗੀਆਂ ਆ, ਇਹਨਾਂ ਨੂੰ ਇੱਕ ਟਾਈਪ ਦੀ ਇਰੀਟੈਂਟ ਕੋਈ ਹੈ ਜਿਹੜਾ ਕਿ ਇਹਨਾਂ ਨੂੰ ਇਰੀਟੇਟ ਕਰਦਾ ਹੈਗਾ ਆ, ਔਰ ਇਹ ਇਹਨਾਂ ਦਾ ਐਪੀਸੋਡ ਜਿਹੜਾ ਬਣਾ ਦਿੰਦਾ ਹੈਗਾ ਆ 2-2 ਮਹੀਨੇ ਦਾ। ਜਿਹੜੀਆਂ ਜ਼ਿਆਦਾ ਲਾਸਟ ਲੌਂਗਰ ਕਰਦੀਆਂ ਹੈਗੀਆਂ ਆ, ਬਹੁਤ ਲੰਬੇ ਸਮੇਂ ਲਈ ਹਟਦੀਆਂ ਨਹੀਂ ਹੈ, ਪਰਸਿਸਟੈਂਟ ਹੁੰਦੀਆਂ ਹੈਗੀਆਂ ਆ, ਉਹਨਾਂ ਦਾ ਕਾਰਨ ਕੀ ਹੈਗਾ ਆ? ਇੱਕ ਤਾਂ ਜਿਹੜੇ ਐਲਕੋਹਲ ਦਾ ਬਹੁਤ ਜ਼ਿਆਦਾ ਮਿਸਯੂਜ਼ ਕਰਦੇ ਹੈਗੇ ਆ, ਜਾਂ ਜਿਹੜੇ ਲੋਕ ਤੰਬਾਕੂ ਜ਼ਿਆਦਾ ਪੀਂਦੇ ਉਹ ਵੀ ਇਰੀਟੇਟ ਕਰਦੇ ਹੈਗੇ ਆ। ਕਈ ਵਾਰੀ ਸਰਜਰੀ ਦੇ ਦੌਰਾਨ ਜਿਹੜਾ ਐਨਸਥੀਸੀਆ ਅਸੀਂ ਦਿੰਦੇ ਹੈਗੇ ਆ ਡਾਕਟਰਸ, ਉਹਦੇ ਨਾਲ ਵੀ ਇਹਦਾ ਅਫੈਕਟ ਹੋ ਜਾਂਦਾ ਹੈਗਾ ਆ ਕਿ ਉਹ ਕੋਈ ਨਾ ਕੋਈ ਜਾਂ ਤਾਂ ਜਦੋਂ ਐਨਸਥੀਸੀਆ ਦਿੰਦੇ ਹੈਗੇ ਆ ਉਹਦੇ ਰਿਐਕਸ਼ਨ ਹੋ ਜਾਂਦਾ, ਜਾਂ ਕੋਈ ਜਦੋਂ ਮੂੰਹ ਦੇ ਵਿੱਚ ਕੋਈ ਪਾਉਂਦੇ ਹੈਗੇ ਆ ਇੰਸਟਰੂਮੈਂਟ ਤੇ ਉਹਦੇ ਨਾਲ ਕੋਈ ਨਰਵ ਦੀ ਇੰਜਰੀ ਹੋ ਸਕਦੀ ਹੈਗੀ ਆ। ਜਿਹੜੀਆਂ ਕਈ ਤਰ੍ਹਾਂ ਦੀਆਂ ਮੈਡੀਕੇਸ਼ਨਸ ਹੈਗੀਆਂ, ਜਿਹੜੀਆਂ ਅਸੀਂ ਦਵਾਈਆਂ ਦਿੰਦੇ ਹੈਗੇ ਆ, ਉਹਨਾਂ ਦੇ ਸਾਈਡ ਇਫੈਕਟਸ ਜਿਹੜੇ ਹੈਗੇ ਆ, ਜਿੱਦਾਂ ਕਿ
ਐਪੀਲੈਪਸੀ ਦੇ ਵਿੱਚ ਬਾਰਬਿਚੂਰੇਟਸ ਦੇ ਦਿੰਦੇ ਆ, ਜਾਂ ਕਈ ਵਾਰੀ ਸਟੀਰੋਇਡਸ ਦਾ ਇਸਤੇਮਾਲ ਕਰ ਦਿੰਦੇ ਆ, ਜਾਂ ਕਈ ਵਾਰੀ ਬਹੁਤ ਐਂਜ਼ਾਈਟੀ ਨਿਊਰੋਸਿਸ ਹੈ ਤਾਂ ਟ੍ਰਾਂਕੁਲਾਈਜ਼ਰ ਦੇ ਦਿੰਦੇ ਹੈਗੇ ਆ, ਉਹਨਾਂ ਨਾਲ ਵੀ ਇਹ ਹੋ ਸਕਦੀ ਹੈਗੀ ਆ। ਫਿਰ ਕਈ ਵਾਰੀ ਇਲੈਕਟ੍ਰੋਲਾਈਟ ਬੈਲੈਂਸ ਜਿਹੜਾ ਸਾਡੇ ਸਰੀਰ ਦੇ ਵਿੱਚ ਸੋਡੀਅਮ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ ਇਹਨਾਂ ਦੀ ਕਮੀ ਹੋ ਜਾਂਦੀ ਆ, ਜਾਂ ਇੰਬੈਲੈਂਸ ਹੋ ਜਾਂਦਾ ਇਹਨਾਂ ਦਾ, ਉਹਦੇ ਕਰਕੇ ਵੀ ਇਹ ਹੋ ਸਕਦਾ ਹੈਗਾ। ਸ਼ੂਗਰ ਦੇ ਮਰੀਜ਼ਾਂ ਨੂੰ ਵੀ ਇਹ ਹਿਕਅਪ ਹੋ ਜਾਂਦੀ ਆ, ਕਿਉਂਕਿ ਸ਼ੂਗਰ ਦੇ ਮਰੀਜ਼ਾਂ ਲਈ ਜਿਹੜੀ ਨਰਵ ਇੰਜਰੀ ਹੈਗੀ ਆ ਉਹ ਬਹੁਤ ਕਾਮਨ ਹੈਗੀ ਆ। ਕਿਡਨੀ ਫੇਲਿਅਰ ਜੇ ਹੈ ਤਾਂ ਇਹਦਾ ਮਤਲਬ ਆ ਕਿ ਉਹਨਾਂ ਨੂੰ, ਅੱਧੇ ਪੇਸ਼ੈਂਟਸ ਨੂੰ ਤਾਂ ਕਿਡਨੀ ਫੇਲਿਅਰ ਜਿਹੜੀ ਹੈਗੀ ਆ ਡਾਇਬਟੀਜ਼ ਕਰਕੇ ਹੁੰਦੀ ਹੈਗੀ ਆ, ਤੇ ਇਸ ਕਰਕੇ ਉਹਨਾਂ ਨੂੰ ਵੀ ਇਹ ਹੋ ਸਕਦੀ ਹੈਗੀ ਆ। ਕਈ ਵਾਰੀ ਆਰਟੀਓਵੀਨਸ ਮਾਲਫਾਰਮੇਸ਼ਨਸ ਹੁੰਦੀ ਆ, ਇਹ ਕੰਡੀਸ਼ਨ ਆ ਜਿਹਦੇ ਵਿੱਚ ਆਰਟਰੀਜ਼ ਤੇ ਵੇਨਸ ਜਿਹੜੀਆਂ ਇੱਕ ਦੂਜੇ ਨਾਲ ਉਲਝ ਜਾਂਦੀਆਂ ਆ, ਉਲਝ ਜਾ ਕੇ ਬ੍ਰੇਨ ਦੇ ਵਿੱਚ, ਤਾਂ ਉਹਦੇ ਨਾਲ ਫਿਰ ਇਹ ਕਈ ਤਰ੍ਹਾਂ ਦੇ ਪ੍ਰਭਾਵ ਜਿਹੜੇ ਬ੍ਰੇਨ ਦੇ ਉੱਤੇ ਪਾਉਂਦੇ ਆ, ਤੇ ਉਹਦੇ ਬਾਅਦ ਦੇ ਵਿੱਚ ਸਾਡੇ ਸਰੀਰ ਦੇ ਉੱਤੇ ਪੈਂਦੇ ਹੈਗੇ ਆ। ਇੱਕ ਪਾਰਕਿੰਸਨਸ ਡਿਜ਼ੀਜ਼ ਹੈ, ਜਿਹੜੀ ਕਿ ਪੈਰਾਲਿਸਿਸ ਐਜੀਟੈਂਸ ਕਹਿੰਦੇ ਆ ਅਸੀਂ, ਜਿਹਦੇ ਵਿੱਚ ਸਰੀਰ ਦਾ ਬੈਲੈਂਸ ਨਹੀਂ ਰਹਿੰਦਾ ਔਰ ਰਿਜਿਡਿਟੀ ਹੋ ਜਾਂਦੀ ਹੈਗੀ ਆ, ਤੇ ਮਤਲਬ ਹੱਥਾਂ ਦੇ ਵਿੱਚ ਇਸ ਤਰ੍ਹਾਂ ਪੇਸ਼ੈਂਟ ਨੂੰ ਪਿਨ ਰੋਲਿੰਗ ਮੂਵਮੈਂਟਸ ਵਗੈਰਾ ਹੋ ਜਾਂਦੀਆਂ ਆ। ਉਹ ਪਾਰਕਿੰਸਨ, ਉਸ ਡਿਜ਼ੀਜ਼ ਦੇ ਵਿੱਚ ਵੀ ਇਹ ਜਿਹੜੀਆਂ ਹਿਕਅਪਸ ਹੈਗੀਆਂ ਆ ਉਹ ਹੁੰਦੀਆਂ ਹੈਗੀਆਂ। ਫਿਰ ਕਈ ਵਾਰੀ ਕਈ ਤਰ੍ਹਾਂ ਦੇ ਕੈਂਸਰ ਹੈਗੇ ਆ ਜਿਨ੍ਹਾਂ ਦੇ ਵਿੱਚ ਕੀਮੋਥੈਰੇਪੀ ਦਿੰਦੇ ਆ ਅਸੀਂ, ਉਹ ਕੀਮੋਥੈਰੇਪੀ ਦੇ ਸਾਈਡ ਇਫੈਕਟਸ ਵੀ ਜਿਹੜੇ ਹੈਗੇ ਆ ਉਹ ਵੀ ਹਿਕਅਪਸ ਕਾਜ਼ ਕਰ ਦਿੰਦੇ ਹੈਗੇ ਆ। ਕਈ ਵਾਰੀ ਇਹ ਸੈਂਟਰਲ ਨਰਵਸ ਸਿਸਟਮ ਡੈਮੇਜ, ਜਿਹੜਾ ਸਾਡਾ ਬ੍ਰੇਨ ਹੈਗਾ ਆ ਜਾਂ ਸਾਡਾ ਸਪਾਈਨਲ ਕਾਰਡ ਹੈਗਾ ਆ, ਉਹਦੇ ਡੈਮੇਜ ਕਰਕੇ ਵੀ ਇਹ ਹੋ ਸਕਦੇ ਆ। ਜਿਨ੍ਹਾਂ ਨੂੰ ਅਧਰੰਗ ਹੋ ਗਿਆ ਆ, ਜਾਂ ਜਿਨ੍ਹਾਂ ਨੂੰ ਮਲਟੀਪਲ ਸਕਲੇਰੋਸਿਸ ਦੀ ਡਿਜ਼ੀਜ਼ ਹੋ ਗਈ ਆ, ਜਾਂ ਕਈ ਵਾਰੀ ਕਈਆਂ ਨੂੰ ਟਿਊਮਰਸ ਹੋ ਗਏ ਆ ਬ੍ਰੇਨ ਦੇ ਵਿੱਚ, ਜਾਂ ਆਪਣੇ ਸਪਾਈਨਲ ਕਾਰਡ ਦੇ ਵਿੱਚ, ਕਈ ਵਾਰੀ ਹੈਡ ਇੰਜਰੀ ਹੋ ਗਈ ਆ, ਬ੍ਰੇਨ ਇੰਜਰੀ ਹੋ ਗਈ ਆ, ਕਈ ਵਾਰੀ ਬ੍ਰੇਨ ਦੇ ਵਿੱਚ ਸੋਜਿਸ਼ ਹੋ ਗਈ ਆ, ਜਿਹਦੇ ਨਾਲ ਮੈਨਿੰਜਾਈਟਿਸ ਹੋ ਗਿਆ ਜਾਂ ਐਨਕੈਫਲਾਈਟਿਸ ਹੋ ਗਈ ਆ। ਇਹ ਇਨਫੈਕਸ਼ਨਸ ਹੈਗੀਆਂ ਜਿਹੜੀਆਂ ਬ੍ਰੇਨ ਦੇ ਵਿੱਚ ਸੋਜ ਪੈਦਾ ਕਰ ਦਿੰਦੀਆਂ ਹੈਗੀਆਂ ਆ। ਫਿਰ ਹਾਈਡਰੋਕੈਫਲਸ ਹੈ, ਜਿਹਦੇ ਵਿੱਚ ਬ੍ਰੇਨ ਦੇ ਵਿੱਚ ਪਾਣੀ ਭਰ ਜਾਂਦਾ ਹੈਗਾ ਆ। ਤੇ ਨਿਊਰੋਸਿਫਲਿਸ ਹੈਗਾ ਇੱਕ ਬਿਮਾਰੀ, ਜਿਹੜੀ ਕਿ ਹੋਰ ਵੀ ਕਈ ਤਰ੍ਹਾਂ ਦੀਆਂ ਬ੍ਰੇਨ ਦੀਆਂ ਬਿਮਾਰੀਆਂ, ਇਨਫੈਕਸ਼ਨਸ ਹੈਗੀਆਂ ਜਿਹੜੀਆਂ ਕਿ ਹਿਕਅਪਸ ਨੂੰ ਪੈਦਾ ਕਰ ਸਕਦੀਆਂ ਹੈਗੀਆਂ ਆ। ਕਿਹੜੀਆਂ ਵਿਟਾਮਿਨਸ ਤੇ ਮਿਨਰਲ ਦੀ ਡੈਫੀਸ਼ੀਐਂਸੀ ਇਹ ਡੈਫੀਸ਼ੀਐਂਸੀ ਕਰਕੇ ਵੀ ਹੋ ਸਕਦੀਆਂ ਹੈਗੀਆਂ। ਸਭ ਤੋਂ ਇੰਪੋਰਟੈਂਟ ਮਿਨਰਲ ਜਿਹੜਾ ਹੈ ਮੈਗਨੀਸ਼ੀਅਮ ਤੇ ਪੋਟਾਸ਼ੀਅਮ ਹੈ। ਜਦੋਂ ਇਹਦੀ ਡੈਫੀਸ਼ੀਐਂਸੀ ਬਾਡੀ ਦੇ ਵਿੱਚ ਹੁੰਦੀ ਆ ਤਾਂ ਫਿਰ ਇਹ ਹਿਕਅਪਸ ਕਾਫੀ ਹੋ ਜਾਂਦੀਆਂ ਹੈ। ਕੈਲਸ਼ੀਅਮ ਤੇ ਸੋਡੀਅਮ ਦੀ ਡੈਫੀਸ਼ੀਐਂਸੀ ਕਰਕੇ ਵੀ ਹੋ ਸਕਦੀ ਆ। ਖਾਸ ਕਰਕੇ ਇੱਕ ਵਿਟਾਮਿਨ ਹੈ B6, ਜਿਹਨੂੰ ਪੀਰੀਡੋਕਸਿਨ ਕਹਿੰਦੇ ਹੈਗੇ ਆ, ਉਹ ਵੀ ਅਗਰ ਸਾਡੇ ਸਰੀਰ ਦੇ ਵਿੱਚ ਘਾਟ ਹੋ ਜਾਂਦੀ ਆ ਤੇ ਉਹਦੇ ਨਾਲ ਵੀ, ਖਾਸ ਕਰਕੇ ਪ੍ਰੈਗਨੈਂਟ ਲੇਡੀਜ਼ ਨੂੰ ਜਿਹੜੀ ਵੋਮਿਟਿੰਗ ਵਗੈਰਾ ਹੁੰਦੀ ਆ, ਜਾਂ ਉਹਦੇ ਵਿੱਚ ਵਿਟਾਮਿਨ B6 ਦਾ ਬਹੁਤ ਰੋਲ ਹੈਗਾ ਆ, ਔਰ ਉਹਦੇ ਵਿੱਚ ਹਿਕਅਪਸ ਜਿਹੜੀਆਂ ਹੋ ਸਕਦੀਆਂ ਹੈਗੀਆਂ ਆ। ਜਿਹੜੇ ਬਹੁਤ ਸਾਰੇ ਕੇਸਿਸ ਹੈਗੇ ਆ ਜਿਹਦੇ ਵਿੱਚ ਮੈਗਨੀਸ਼ੀਅਮ ਤੇ ਪੋਟਾਸ਼ੀਅਮ ਜਿਹੜਾ ਹੈਗਾ ਆ ਉਹ ਸਪਲੀਮੈਂਟੇਸ਼ਨ ਕਰ ਦੇਣਾ ਚਾਹੀਦਾ ਹੈਗਾ ਇਹਨਾਂ ਕੇਸਿਸ ਦੇ ਵਿੱਚ, ਤਾਂ ਕਿ ਪਤਾ ਲੱਗ ਸਕੇ ਕਿ ਇਹ ਉਹਦੀ ਕਮੀ ਕਰਕੇ ਤਾਂ ਨਹੀਂ ਕਿਤੇ ਹੋ ਗਿਆ। ਜੇ ਪਤਾ ਹੀ ਨਾ ਲੱਗੇ ਕਿ ਕਿਸ ਤਰ੍ਹਾਂ, ਮਤਲਬ ਇਹਦਾ ਕਾਰਨ ਕੀ ਹੈਗਾ ਆ, ਕਾਫੀ ਦੇਰ ਇਹਦਾ ਪਤਾ ਹੀ ਨਾ ਲੱਗੇ ਕਿ ਇਹਦਾ ਕਾਰਨ ਕੀ ਹੈ, ਹਿਕਅਪਸ ਹਟਣ ਨਾ, ਇੰਟਰੈਕਟੇਬਲ ਹੋ ਜਾਣ, ਫਿਰ ਟੈਸਟ ਕਰਵਾ ਲੈਣੇ ਚਾਹੀਦੇ ਹੈਗੇ ਆ। ਬਲੱਡ ਟੈਸਟ ਕਰਵਾ ਲੈਣੇ ਚਾਹੀਦੇ ਆ ਕਿ ਕੋਈ ਇਨਫੈਕਸ਼ਨ, ਕੋਈ ਡਾਇਬਟੀਜ਼, ਕੋਈ ਕਿਡਨੀ ਡਿਜ਼ੀਜ਼ ਤਾਂ ਨਹੀਂ ਹੈ, ਕੋਈ ਫਿਰ ਲਿਵਰ ਦੇ ਵਿੱਚ ਪ੍ਰੋਬਲਮ ਤਾਂ ਨਹੀਂ ਹੈ। ਫਿਰ ਇਮੇਜਿੰਗ ਕਰਾ ਦੇਣੀ ਚਾਹੀਦੀ ਡਾਇਆਫ੍ਰਾਮ ਦੀ, ਕਿ ਡਾਇਆਫ੍ਰਾਮ ਦੇ ਵਿੱਚ ਕੋਈ ਰਸੌਲੀ ਜਾਂ ਕੋਈ ਹੋਰ ਪ੍ਰੋਬਲਮ ਤਾਂ ਨਹੀਂ ਹੈ। ਐਕਸ-ਰੇ ਚੈਸਟ ਵੀ ਕਰਵਾ ਸਕਦੇ ਹਾਂ, CT ਸਕੈਨ, MRI ਵੀ ਕਰਵਾ ਸਕਦੇ ਹੈਗੇ ਆ। ਫਿਰ ਹਾਰਟ ਦੀ ਇਕੋ ਕਾਰਡੀਓਗ੍ਰਾਮ ਕਰਵਾ ਸਕਦੇ ਹੈਗੇ ਕਿ ਹਾਰਟ ਫੰਕਸ਼ਨ ਠੀਕ ਹੈ, ਉਹਦਾ ਤਾਂ ਕੋਈ ਦਵਾ ਜਾਂ ਉਹਦਾ ਕੋਈ ਪ੍ਰੋਬਲਮ ਤਾਂ ਨਹੀਂ ਹਿਕਅਪਸ ਨੂੰ ਜਨਮ ਦਿੰਦੀ।
ਫਿਰ ਜੇ ਨਾ ਹੀ ਹੋਵੇ ਫਿਰ ਐਂਡੋਸਕੋਪੀ ਕਰਵਾ ਸਕਦੇ ਹਾਂ, ਜਿਹਦੇ ਵਿੱਚ ਆਲਾ ਇੱਕ ਖੁਰਾਕ ਵਾਲੀ ਨਾਲੀ ਦੇ ਵਿੱਚ ਪਾ ਕੇ ਤੇ ਫਿਰ ਦੇਖ ਲਿਆ ਜਾਂਦਾ ਆ ਕਿ ਉੱਥੇ ਕੋਈ ਪ੍ਰੋਬਲਮ ਤਾਂ ਨਹੀਂ ਹੈ। ਤੇ ਕਈ ਵਾਰੀ ਫਿਰ ਲੰਗਸ ਦੇ ਵਿੱਚ ਵੀ ਬ੍ਰੋਂਕੋਸਕੋਪੀ ਕਰਨੀ ਪੈਂਦੀ, ਉਹਦੇ ਵਿੱਚ ਵੀ ਲੰਗਸ ਦੇ ਵਿੱਚ ਆਲਾ ਪਾ ਕੇ ਦੇਖਣਾ ਪੈਂਦਾ ਆ ਕਿ ਉੱਥੇ ਕੋਈ ਪ੍ਰੋਬਲਮ ਤਾਂ ਨਹੀਂ ਹੈ। ਜੇ ਬਿਲਕੁਲ ਹੀ ਮਤਲਬ ਪਤਾ ਨਾ ਲੱਗੇ ਤਾਂ ਫਿਰ ਇਹਨਾਂ ਚੀਜ਼ਾਂ ਦੀ ਲੋੜ ਪੈਂਦੀ ਆ, ਬਾਕੀ ਜੇ ਵੈਸੇ ਤਾਂ ਇਹਨਾਂ ਦੀ ਲੋੜ ਨਹੀਂ ਪੈਂਦੀ ਹੈ। ਫਿਰ ਮਸਾਜ ਥੈਰੇਪੀ ਹੈ, ਜਿਹਦੇ ਨਾਲ ਇਹ ਕਈ ਵਾਰੀ ਠੀਕ ਹੋ ਜਾਂਦੀ ਆ। ਇਹ ਸਾਈਨਸ, ਕੈਰੋਟਿਡ ਸਾਈਨਸ ਸਾਡੇ ਇੱਥੇ ਹੁੰਦਾ, ਜਿੱਥੇ ਦੋ ਕੈਰੋਟਿਡ ਆਰਟਰੀਜ਼ ਜਿਹੜੀਆਂ ਆ ਉਹ ਡਿਵਾਈਡ ਕਰਦੀਆਂ ਹੈਗੀਆਂ ਆ, ਉਹਦੇ ਉੱਤੇ ਮਸਾਜ ਕਰਨ ਦੇ ਨਾਲ ਵੀ ਇਹ ਜਿਹੜੀ ਹੈਗੀ ਆ ਮਤਲਬ ਇੱਥੇ ਦਬਾਉਣ ਦੇ ਨਾਲ, ਮਸਾਜ ਕਰਨ ਦੇ ਨਾਲ ਕੈਰੋਟਿਡ ਆਰਟਰੀ ਦੇ ਉੱਤੇ, ਤੇ ਇਹ ਮਤਲਬ ਜਿਹੜੀ ਹਿੱਕਅਪ ਹੈ ਕਈ ਵਾਰੀ ਘਟ ਜਾਂਦੀ ਹੈ। ਉਹਦਾ ਮਤਲਬ ਕੀ ਹੈ? ਉਹਦਾ ਮਤਲਬ ਇਹ ਆ ਕਿ ਸਾਡੀ ਜਿਹੜੀ ਵੇਗਸ ਨਰਵ ਹੈਗੀ ਆ, ਅਸੀਂ ਉਹਨੂੰ ਸਟਿਮੂਲੇਟ ਕਰ ਦਿੰਦੇ ਹੈਗੇ ਆ, ਤੇ ਉਹਦੇ ਨਾਲ ਫਿਰ ਇਹ ਜਿਹੜੀ ਸਾਡੀ ਹਿੱਕਅਪ ਹੈਗੀ ਆ ਉਹ ਕਈ ਵਾਰੀ ਠੀਕ ਹੋ ਜਾਂਦੀ ਹੈਗੀ ਆ। ਇਹੀ ਪ੍ਰੋਸੀਜਰ ਕਈ ਵਾਰੀ ਜਦੋਂ ਸਾਡਾ ਹਾਰਟ ਬਹੁਤ ਤੇਜ਼ੀ ਨਾਲ 150 ਤੋਂ ਉੱਪਰ ਚੱਲਣ ਲੱਗ ਪੈਂਦਾ ਹੈ, ਉਹਨੂੰ ਅਸੀਂ ਵੈਂਟੀਕੂਲਰ ਐਟਰੀਅਲ ਟੈਕੀਕਾਰਡੀਆ ਕਹਿੰਦੇ ਹੈਗੇ ਆ, ਉਹਦੇ ਵਿੱਚ ਵੀ ਇਹ ਜਿਹੜਾ ਹੈਕ ਹੈਗਾ ਆ, ਇਹਨੂੰ ਅਸੀਂ ਅਪਣਾਉਂਦੇ ਹੈਗੇ ਆ, ਤੇ ਉਹ ਕਈ ਵਾਰੀ ਇਹਦੇ ਨਾਲ ਵੀ ਉਹ ਠੀਕ ਹੋ ਜਾਂਦਾ ਹੈਗਾ ਆ। ਫਿਰ ਕਈ ਵਾਰੀ ਅਸੀਂ ਇਨਵੇਸਿਵ ਪ੍ਰੋਸੀਜਰ ਅਪਲਾਈ ਕਰਦੇ ਹੈਗੇ ਆ, ਜਿਹੜੇ ਕਿ ਮਤਲਬ ਕੁਝ ਦੁਖਦਾਈ ਹੁੰਦੇ ਹੈਗੇ ਆ। ਇੱਕ ਨੇਜ਼ੋਗੈਸਟ੍ਰਿਕ ਟਿਊਬ ਆ, ਜਿਹੜੀ ਨੱਕ ਦੇ ਵਿੱਚੋਂ ਟਿਊਬ ਪਾ ਕੇ ਉਹ ਪੇਟ ਦੇ ਵਿੱਚ ਜਾਂਦੇ ਹੈਗੇ ਆ। ਜਦੋਂ ਉਹ ਅਸੀਂ ਟਿਊਬ ਪਾਉਂਦੇ ਆ ਤਾਂ ਉਹ ਨਾਲ ਇਰੀਟੇਸ਼ਨ ਹੁੰਦੀ ਆ, ਔਰ ਇਰੀਟੇਸ਼ਨ ਕਰਕੇ ਹੁੰਦੀ ਆ। ਫਿਰ ਅਸੀਂ ਗੈਸਟ੍ਰਿਕ ਲਵਾਜ ਵੀ ਕਰ ਸਕਦੇ ਹੈਗੇ ਆ, ਸਟੋਮਿਕ ਨੂੰ ਪੰਪਿੰਗ ਕਰਦੇ ਹੈਗੇ ਆ, ਉਹਦੇ ਵਿੱਚੋਂ ਜਿਹੜਾ ਗੈਸਟ੍ਰਿਕ ਜੂਸ ਵਗੈਰਾ ਹੈਗਾ ਆ ਉਹ ਲਵਾਜ ਕਰ ਦਿੰਦੇ, ਸਾਫ਼ ਕਰ ਦਿੰਦੇ ਹੈਗੇ ਆ। ਫਿਰ ਐਨਸਥੈਟਿਕ ਇੰਜੈਕਸ਼ਨ ਦੇ ਫਰੈਨਿਕ ਨਰਵ ਤੇ ਲੱਗ ਜਾਂਦਾ, ਕਿ ਉਹਨੂੰ ਅਸੀਂ ਬਲੌਕ ਕਰ ਦਿੰਦੇ ਆ, ਕਿ ਉਹ ਫਰੈਨਿਕ ਨਰਵ ਨੂੰ ਮਤਲਬ ਟੈਂਪਰੇਰੀਲੀ ਮਤਲਬ ਡੈਡ ਕਰ ਦਿੰਦੇ ਹੈਗੇ ਆ। ਇਹ ਡਾਇਆਫਰਾਮ ਦੇ ਵਿੱਚ ਜਿਹੜੀ ਲੋਕੇਟ ਕਰਦੀ, ਜਿਹੜੀ ਡਾਇਆਫਰਾਮ ਨੂੰ ਫਰੈਨਿਕ ਨਰਵ ਸਪਲਾਈ ਕਰਦੀ ਹੈਗੀ ਆ। ਫਿਰ ਕਈ ਵਾਰੀ ਸਰਜੀਕਲ ਇੰਪਲਾਂਟੇਸ਼ਨ ਆਫ ਡਾਇਆਫਰਾਮ, ਪੇਸਮੇਕਰ ਲਗਾ ਦਿੰਦੇ ਬੈਟਰੀ ਦੇ ਨਾਲ, ਜਿਹੜਾ ਕਿ ਉਹਨੂੰ ਸਟਿਮੂਲੇਟ ਕਰਦਾ ਡਾਇਆਫਰਾਮ ਨੂੰ, ਤਾਂ ਕਿ ਉਹਦੀ ਆਪਣੀ ਜਿਹੜੀ ਫਿਰ ਰਿਦਮਿਸਿਟੀ ਹੈਗੀ ਆ ਉਹਨੂੰ ਅਸੀਂ ਮਤਲਬ ਬਣਾ ਦਈਏ, ਤਾਂ ਕਿ ਜਿਹੜੀ ਹਿੱਕਅਪ ਦੀ ਰਿਦਮਿਸਿਟੀ ਆ ਉਹ ਖਤਮ ਕਰ ਦਈਏ। ਕੰਪਲੀਕੇਸ਼ਨ ਕੀ ਹੋ ਸਕਦੀਆਂ ਆ ਜਿਹੜੀਆਂ ਹਿੱਕਅਪਸ ਦੇ ਨਾਲ? ਜਿਹੜੇ ਲੌਂਗ ਟਰਮ ਹਿੱਕਅਪਸ ਹੈਗੀਆਂ ਆ ਉਹ ਅਨਕੰਫਰਟੇਬਲ ਹੋ ਸਕਦੀਆਂ, ਹਾਰਮਫੁਲ ਵੀ ਹੋ ਸਕਦੀਆਂ ਹੈਲਥ ਲਈ, ਤੇ ਜੇ ਉਹਨਾਂ ਨੂੰ ਟਰੀਟ ਨਾ ਕੀਤਾ ਜਾਵੇ ਪ੍ਰੋਲੋਂਗਡ ਹਿੱਕਅਪਸ ਨੂੰ, ਤੇ ਉਹ ਸਲੀਪ ਵਗੈਰਾ, ਕਿਉਂਕਿ ਸੌਣਾ ਉਹਦੇ ਵਿੱਚ ਫਿਰ ਮੁਸ਼ਕਲ ਹੋ ਜਾਂਦਾ, ਖਾਣਾ ਵੀ ਮੁਸ਼ਕਲ ਹੋ ਜਾਂਦਾ। ਜਦੋਂ ਤੁਸੀਂ ਖਾਣਾ ਹਿੱਕਅਪ ਆ ਗਈ, ਉਹਦੇ ਨਾਲ ਵੀ ਪ੍ਰੋਬਲਮ ਹੁੰਦੀਆਂ, ਸਲੀਪਨੈਸ ਹੋ ਜਾਂਦੀ ਆ। ਫਿਰ ਇੰਨੀ ਦੇਰ ਤੱਕ ਜਦੋਂ ਹਿੱਕਅਪਸ ਚੱਲਦੀਆਂ ਹੈਗੀਆਂ, ਬੋਡੀ ਐਗਜ਼ਾਸਟ ਹੋ ਜਾਂਦੀ ਹੈਗੀ ਆ। ਫਿਰ ਕਈ ਵਾਰੀ ਖੁਰਾਕ ਪੂਰੀ ਨਾ ਖਾਣ ਕਰਕੇ ਤੁਹਾਡੇ ਮਾਲ ਨਿਊਟ੍ਰੀਸ਼ਨ ਹੋ ਜਾਂਦੀ, ਵੇਟ ਲਾਸ ਹੋ ਜਾਂਦੀ ਆ। ਪਾਣੀ ਜੇ ਨਹੀਂ ਪੀਂਦੇ ਤੁਸੀਂ ਬਹੁਤਾ, ਤੇ ਉਹਦੇ ਨਾਲ ਵੀ ਡੀਹਾਈਡਰੇਸ਼ਨ ਵਗੈਰਾ ਵੀ ਹੋ ਸਕਦੀ ਹੈਗੀ ਆ। ਇਹਨੂੰ ਪ੍ਰੀਵੈਂਟ ਕਿਸ ਤਰ੍ਹਾਂ ਕਰਨੀ ਹੈ? ਪ੍ਰੂਵਨ ਮੈਥਡ ਤਾਂ ਕੋਈ ਇਹਨੂੰ ਹਿੱਕਅਪ ਨੂੰ ਪਤਾ ਨਹੀਂ ਲੱਗਦਾ ਵੀ ਕਦੋਂ ਕਿਸੇ ਦੀ ਹੋਣੀ ਹੈਗੀ ਆ, ਤੇ ਐਕਸਪੀਰੀਅੰਸ ਜੇ ਤੁਸੀਂ ਕਾਫੀ ਹੁੰਦੀਆਂ ਹੈਗੀਆਂ, ਜਾਣੀ ਐਪੀਸੋਡ ਕਾਫੀ ਫਰੀਕੁਐਂਟਲੀ ਹੁੰਦੇ ਹੈਗੇ ਆ, ਤੇ ਤੁਸੀਂ ਇਹਨੂੰ ਰਿਡਿਊਸ ਕਰ ਸਕਦੇ ਹੈਗੇ ਆ। ਜਿਹੜੇ ਨੋਨ ਟ੍ਰਿਗਰਸ ਹੈਗੇ ਆ, ਜਿਹੜੇ ਟ੍ਰਿਗਰਸ ਦੱਸੇ ਹੈ ਮੈਨੇ, ਇਹ ਕੁਛ ਇੱਕ ਚੀਜ਼ਾਂ ਹੈਗੀਆਂ। ਇੱਕ ਤਾਂ ਇਹ ਹੈ ਕਿ ਜਿਨ੍ਹਾਂ ਨੂੰ ਬਾਰ-ਬਾਰ ਹਿਕਅਪਸ ਹੁੰਦੀਆਂ ਹੈਗੀਆਂ, ਉਹ ਤਾਂ ਇੱਕ ਓਵਰ ਈਟ ਨਾ ਕਰਨ, ਜ਼ਿਆਦਾ ਪੇਟ ਭਰ ਕੇ ਖਾਣਾ ਨਾ ਖਾਣ, ਤੇ ਕਾਰਬੋਨੇਟਿਡ ਬੈਵਰੇजेस ਜਿੱਦਾਂ ਹੈਗੀਆਂ ਕੋਕਾ ਕੋਲਾ ਵਗੈਰਾ, ਜਿਹਦੇ ਵਿੱਚ ਗੈਸ ਹੈਗੀਆਂ, ਗੈਸ ਵਾਲੀਆਂ ਕੋਈ ਵੀ ਮਤਲਬ ਪੇय ਪਦਾਰਥ ਹੈਗੇ ਆ, ਉਹ ਨਹੀਂ ਲੈਣੇ ਚਾਹੀਦੇ। ਆਪਣੇ ਆਪ ਤੋਂ ਟੈਂਪਰੇਚਰ ਚੇਂਜਸ ਦੇ ਵਿੱਚ ਵੀ ਥੋੜ੍ਹਾ ਜਿਹਾ ਆਪਣੇ ਪ੍ਰੋਟੈਕਟ ਕਰਨਾ ਚਾਹੀਦਾ ਹੈਗਾ, ਕਿ ਜ਼ਿਆਦਾ ਗਰਮੀ ਦੇ ਵਿੱਚ ਜਾਂ ਜ਼ਿਆਦਾ ਸਰਦੀ ਦੇ ਵਿੱਚ ਅਵੋਇਡ ਕਰਨਾ ਚਾਹੀਦਾ ਹੈਗਾ। ਤੇ ਅਲਕੋਹਲ ਜਿਹੜੇ ਹੈ ਉਹ ਤੋਂ ਬਿਲਕੁਲ ਪਰਹੇਜ਼ ਕਰਨਾ ਚਾਹੀਦਾ ਹੈਗਾ। ਬਹੁਤ ਸ਼ਾਂਤ ਰਹਿਣਾ ਚਾਹੀਦਾ ਹੈਗਾ, ਤੇ ਇਮੋਸ਼ਨਲ ਨਹੀਂ ਹੋਣਾ ਚਾਹੀਦਾ। ਜਦੋਂ ਇਮੋਸ਼ਨਲ ਜ਼ਿਆਦਾ ਹੋ ਜਾਂਦੇ ਆ ਤਾਂ ਉਸ ਵੇਲੇ ਵੀ ਵੇਗਸ ਨਰਵ ਤੇ ਇਫੈਕਟ ਹੁੰਦਾ ਹੈਗਾ ਆ। ਤੇ ਫਿਜ਼ੀਕਲ ਰਿਐਕਸ਼ਨ ਜਿਹੜੇ ਹੈਗੇ ਆ, ਬਹੁਤ ਕੁੱਟਮਾਰ ਜਾਂ ਕੋਈ ਹੋਰ ਇੱਦਾਂ ਦੇ ਵਾਇਲੈਂਟ ਰਿਐਕਸ਼ਨ ਜਿਹੜੇ ਹੈਗੇ ਆ, ਉਹਦੇ ਨਾਲ ਵੀ ਇਹ
ਟ੍ਰਿਗਰ ਹੋ ਸਕਦੀ ਹੈਗੀ ਆ। ਇਹਨਾਂ ਤੋਂ ਬਚਣਾ ਚਾਹੀਦਾ ਹੈਗਾ ਆ। ਫਿਰ ਜੇ ਮਤਲਬ ਕਈ ਵਾਰ ਇਹ ਹਿਕਅਪਸ ਹੁੰਦੀ ਆ, ਤਾਂ ਕੀ ਇਹ ਕੋਈ ਗਲਤ ਚੀਜ਼ ਦਾ ਇਹ ਇੱਕ ਸਾਈਨ ਹੈ? ਕੁਛ ਬਿਮਾਰੀਆਂ ਐਸੀਆਂ ਹੈਗੀਆਂ ਜਿਹੜੀਆਂ ਹਿਕਅਪਸ ਦੇ ਨਾਲ ਰਿਲੇਟਡ ਹੁੰਦੀਆਂ ਹੈਗੀਆਂ ਆ। ਇੱਕ ਤਾਂ ਪਲਿਰਸੀ ਆਫ ਦਾ ਡਾਇਆਫਰਾਮ ਹੈ, ਕਿ ਜਦੋਂ ਡਾਇਆਫਰਾਮ ਦੇ ਵਿੱਚ ਸੋਜ ਹੋ ਜਾਂਦੀ ਹੈਗੀ ਆ, ਪਾਣੀ ਭਰ ਜਾਂਦਾ ਹੈਗਾ ਡਾਇਆਫਰਾਮ ਦੇ ਨਾਲ ਨਾਲ, ਤਾਂ ਉਦੋਂ ਇਹ ਮਤਲਬ ਹਿਕਅਪਸ ਕੰਟੀਨਿਊਸਲੀ ਹੋਣ ਲੱਗ ਪੈਂਦੀਆਂ। ਫਿਰ ਕਈਆਂ ਵਾਰ ਨਿਮੋਨੀਆ ਜਿਹਨਾਂ ਨੂੰ ਹੋ ਜਾਂਦਾ, ਨਿਮੋਨੀਏ ਦੇ ਵਿੱਚ ਵੀ ਇਹ ਹੋ ਜਾਂਦੀਆਂ ਹੈਗੀਆਂ। ਕਈਆਂ ਨੂੰ ਯੂਰੀਮੀਆ ਹੋ ਜਾਂਦਾ, ਜਦੋਂ ਯੂਰੀਆ ਮਤਲਬ ਵੱਧ ਜਾਂਦਾ ਹੈ ਬਲੱਡ ਦੇ ਵਿੱਚ, ਕਿਡਨੀ ਫੇਲਿਅਰ ਦੇ ਵਿੱਚ ਯੂਰੀਆ ਵੱਧ ਜਾਂਦਾ, ਤਾਂ ਉਸ ਵੇਲੇ ਵੀ ਹਿਕਅਪਸ ਆਉਣੀਆਂ ਸ਼ੁਰੂ ਹੋ ਜਾਂਦੀਆਂ। ਇਹ ਯੂਰੀਆ ਆ, ਯੂਰਿਕ ਐਸਿਡ ਨਹੀਂ। ਯੂਰੀਆ ਤੇ ਯੂਰਿਕ ਐਸਿਡ ਦੇ ਵਿੱਚ ਬਹੁਤ ਫਰਕ ਹੈ। ਸਾਡੇ ਬਹੁਤ ਸਾਰੇ ਪੇਸ਼ੈਂਟਸ ਜਿਹੜੇ ਹੈਗੇ ਆ, ਉਹ ਯੂਰਿਕ ਐਸਿਡ ਨੂੰ ਯੂਰੀਆ ਕਹੀ ਜਾਂਦੇ ਹੈਗੇ ਆ। ਯੂਰਿਕ ਐਸਿਡ ਡਿਫਰੈਂਟ ਹੈਗਾ, ਯੂਰੀਆ ਡਿਫਰੈਂਟ ਹੈਗਾ ਆ। ਯੂਰੀਆ ਜਿਹੜਾ ਹੈ ਉਹ ਪ੍ਰੋਟੀਨ ਦੀ ਐਂਡ ਪ੍ਰੋਡਕਟ ਹੈਗਾ ਆ, ਤੇ ਯੂਰਿਕ ਐਸਿਡ ਜਿਹੜਾ ਹੈ ਉਹ ਨਿਊਕਲੀਇਕ ਐਸਿਡਸ ਜਿਹੜੇ ਹੈਗੇ ਆ, ਪਿਰੀਮੀਡੀਨ ਤੇ ਪਿਊਰਿਨ, ਉਹਨਾਂ ਦਾ ਐਂਡ ਪ੍ਰੋਡਕਟ ਹੈਗਾ ਆ। ਸੋ ਯੂਰੀਮੀਏ ਦੇ ਵਿੱਚ ਜਦੋਂ ਬਲੱਡ ਮਤਲਬ ਕਿਡਨੀ ਫੇਲਿਅਰ ਹੁੰਦੀ ਆ, ਉਹਦੇ ਵਿੱਚ ਯੂਰੀਆ ਵੱਧ ਜਾਂਦਾ ਹੈ, ਕ੍ਰੀਏਟਿਨਿਨ ਤੇ ਯੂਰੀਆ ਵੱਧ ਜਾਂਦਾ। ਅਸੀਂ ਟੈਸਟ ਕਰਾਣੇ ਹੈਗੇ ਆ, ਉਹਦੇ ਵਿੱਚ ਵੀ ਇਹ ਹਿਕਅਪਸ ਹੋ ਜਾਂਦੀਆਂ ਹੈ। ਫਿਰ ਜਿਹੜੇ ਜ਼ਿਆਦਾ ਅਲਕੋਹਲ ਦਾ ਸੇਵਨ ਕਰਦੇ ਹੈਗੇ ਆ, ਉਹਨਾਂ ਨੂੰ ਵੀ ਇਹ ਹੋ ਜਾਂਦੀਆਂ ਹੈਗੀਆਂ ਫਰੀਕੁਐਂਟ ਹਿਕਅਪਸ। ਤੇ ਜਦੋਂ ਪੇਟ ਦੇ ਕਈ ਡਿਸਆਰਡਰਸ ਹੈਗੇ ਆ, ਜਿੱਦਾਂ ਕਿ ਮੈਂ ਤੁਹਾਨੂੰ ਜਰਡ ਦੱਸਿਆ ਹੈਗਾ ਆ, ਕਿ ਗੈਸਟ੍ਰੋਇਸੋਫੇਜੀਅਲ ਰਿਫਲਕਸ ਡਿਜ਼ੀਜ਼ ਜਿਹੜੀ ਹੈਗੀ ਆ, ਜਾਂ ਇਸੋਫੇਗਸ ਦੇ ਵਿੱਚ ਸਿਸਟ ਜਾਂ ਟਿਊਮਰ ਹੈਗਾ ਆ, ਉਹਦੇ ਨਾਲ ਵੀ ਇਹ ਫਰੀਕੁਐਂਟ ਹਿਕਅਪਸ ਜਿਹੜੀਆਂ ਹੋ ਜਾਂਦੀਆਂ। ਫਿਰ ਕਈ ਸਾਡੇ ਇੰਟੈਸਟਾਈਨ ਦੀਆਂ ਡਿਜ਼ੀਜ਼ਸ, ਬਾਵਲ ਡਿਜ਼ੀਜ਼ਸ ਹੈਗੀਆਂ ਆ, ਇਹ ਵੀ ਐਸੋਸੀਏਟਡ, ਜਿੱਦਾਂ ਪੈਂਕਰੀਆਟਾਈਟਸ ਹੈਗੀ ਆ। ਪੈਂਕਰੀਆਸ ਜਿਹੜੀ ਸਾਡੀ ਗਲੈਂਡ ਹੈਗੀ ਆ ਸਟਮਕ ਦੇ ਪਿੱਛੇ, ਉਹਦੇ ਵਿੱਚ ਸੋਜ ਆ ਜਾਏ ਤਾਂ ਉਹਦੇ ਨਾਲ ਵੀ ਹੋ ਜਾਂਦਾ। ਕਈ ਵਾਰੀ ਜਿਸ ਤਰ੍ਹਾਂ ਮੈਂ ਪ੍ਰੈਗਨੈਂਸੀ ਦੱਸੀ ਹੈ ਕਿ ਉਹਦੇ ਵਿੱਚ B6 ਦੀ ਡੈਫੀਸ਼ੀਐਂਸੀ ਹੋ ਜਾਂਦੀ ਹੈਗੀ ਆ, ਉਹਦੇ ਨਾਲ ਵੀ ਇਹ ਹੋ ਸਕਦੀ ਹੈਗੀ ਆ। ਕਈ ਵਾਰੀ ਫਿਰ ਬਲੈਡਰ ਇਰੀਟੇਸ਼ਨ ਹੈਗੀ ਆ, ਜੇ ਬਲੈਡਰ ਦੇ ਵਿੱਚ ਵੀ ਕੋਈ ਤੁਹਾਡੇ ਸਿੰਪਟਮ ਹੈਗੇ ਆ ਜਾਂ ਇਨਫਲੇਮੇਸ਼ਨ ਹੈਗੀ ਆ। ਫਿਰ ਕਈ ਵਾਰੀ ਲਿਵਰ ਕੈਂਸਰ ਹੈ, ਉਹ ਵੀ ਇਹਦੇ ਨਾਲ, ਜਾਂ ਹੈਪੇਟਾਈਟਸ, ਜਾਂ ਉਹਦੇ ਵਿੱਚ ਸੋਜ ਹੈਗੀ ਆ ਲਿਵਰ ਦੇ ਵਿੱਚ, ਤਾਂ ਵੀ ਇਹ ਫਰੀਕੁਐਂਟ ਹਿਕਅਪਸ ਜਿਹੜੀਆਂ ਆ। ਸੋ ਇਸ ਕਰਕੇ ਜੇ ਫਰੀਕੁਐਂਟ ਹਿਕਅਪਸ ਹੈਗੀਆਂ, ਉਹਨਾਂ ਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ। ਉਹਨਾਂ ਦਾ ਮਤਲਬ ਜ਼ਰੂਰ ਟੈਸਟ ਵਗੈਰਾ ਕਰਵਾ ਕੇ ਤੇ ਉਹਨਾਂ ਦਾ ਇਲਾਜ ਕਰਾਉਣਾ ਬਹੁਤ ਜ਼ਰੂਰੀ ਹੈਗਾ। ਕੋਈ ਨੋਨ ਬੈਨੀਫਿਟ ਵੀ ਹੈ ਹਿਕਅਪਸ ਦਾ? ਇਹ ਇੱਕ ਰਿਫਲੈਕਸ ਹੈ ਸਾਡੇ ਡਾਇਆਫਰਾਮ ਦਾ। ਹਰ ਕੋਈ ਇਹਨੂੰ ਐਕਸਪੀਰੀਅੰਸ ਕਰ ਸਕਦਾ ਹੈ। ਕਈ ਵਾਰੀ ਆਪਣੀ ਲਾਈਫ ਦੇ ਵਿੱਚ ਇਹ ਐਪੀਸੋਡ ਆਉਂਦੇ ਹੈਗੇ ਆ। ਅਦਰ ਕਾਮਨ ਰਿਫਲੈਕਸਿਸ ਦੇ ਵਾਂਗ, ਜਿੱਦਾਂ ਅਸੀਂ ਸਨੀਜ਼ਿੰਗ ਕਰਦੇ, ਛਿੱਕਾਂ ਮਾਰਦੇ ਹੈਗੇ ਆ, ਉਹ ਵੀ ਇੱਕ ਤਰ੍ਹਾਂ ਦਾ ਛਿੱਕ ਜਿਹੜੀ ਹੈ ਆਪਣੇ ਆਪ ਨਹੀਂ ਹੈ, ਉਹ ਵੀ ਇੱਕ ਸਾਡਾ ਪ੍ਰੋਟੈਕਟਿਵ ਰਿਸਪੌਂਸ ਹੈਗਾ ਆ, ਤਾਂ ਕਿ ਨੇਜ਼ਲ ਪੈਸੇਜ ਦੇ ਵਿੱਚ ਜੇ ਕੋਈ ਇਰੀਟੇਸ਼ਨ ਹੋ ਗਈ ਆ ਤਾਂ ਉਹਨੂੰ ਬਾਹਰ ਕੱਢਦੇ ਆ, ਕਿਉਂਕਿ ਇੰਨੀ ਸਪੀਡ ਦੇ ਨਾਲ ਬਾਹਰ ਕੱਢਦੇ ਆ ਕਿ ਉਹ ਮਤਲਬ ਹੈ। ਜਿਹੜੀ ਖਾਂਸੀ ਵੀ ਹੈ, ਜਿਹੜਾ ਖਾਂਸੀ ਵੀ ਆਉਂਦੀ ਹੈਗੀ ਆ, ਉਹ ਵੀ ਅੰਦਰ ਅਗਰ ਸਾਡੇ ਰੇਸ਼ਾ ਵਗੈਰਾ ਹੈ, ਜਾਂ ਕੋਈ ਚੀਜ਼ ਹੈਗੀ ਫਸੀ ਹੋਈ ਹੈ, ਜਾਂ ਕੋਈ ਇਰੀਟੇਸ਼ਨ ਹੈ, ਤਾਂ ਉਹਨੂੰ ਬਾਹਰ ਕੱਢਣ ਲਈ ਹੁੰਦੀ ਹੈਗੀ ਆ। ਸੋ ਇਹ ਇੱਕ ਤਰ੍ਹਾਂ ਦਾ ਜਿਹੜੇ ਇਹ ਦੋ ਚੀਜ਼ਾਂ ਤਾਂ ਹੈਗੀਆਂ, ਸਨੀਜ਼ਿੰਗ ਤੇ ਕਫ, ਤਾਂ ਇਹਨਾਂ ਦਾ ਤੇ ਐਡਵਾਂਟੇਜ ਹੈਗੀ ਆ। ਜਿਹੜੀ ਹਿਕਅਪ ਹੈਗੀ ਆ, ਇਹਦੀ ਫਿਜ਼ੀਓਲੋਜੀਕਲ ਐਡਵਾਂਟੇਜ ਹਾਲੇ ਤੱਕ ਸਾਇੰਸਦਾਨਾਂ ਨੂੰ ਪਤਾ ਨਹੀਂ ਲੱਗੀ, ਪਰ ਇਹਦੀ ਵੀ ਕੋਈ ਨਾ ਕੋਈ ਐਡਵਾਂਟੇਜ ਹੋਏਗੀ, ਜਾਂ ਇਹ ਸਿੰਪਲ ਇੱਕ ਬਿਮਾਰੀ ਹੈ ਜਿਹੜੀ ਕਿ ਤੰਗ ਕਰਨ ਵਾਲੀ ਹੈਗੀ ਆ, ਇਹ ਉਹ ਹੈ। ਇਹਦੇ ਬਾਰੇ ਹਾਲੇ ਸਾਇੰਸਦਾਨਾਂ ਨੇ ਪੂਰਾ ਦਿਮਾਗ ਨਹੀਂ ਲਗਾਇਆ। ਨੈਚੁਰਲ ਟ੍ਰੀਟਮੈਂਟਸ ਕਿਹੜੀਆਂ ਹੈਗੀਆਂ ਇਹਦੇ 'ਚ? ਕਹਿੰਦੇ ਆ ਕਿ ਜੇ ਸਾਨੂੰ ਹਿਕਅਪਸ ਹੋ ਗਈਆਂ ਤਾਂ ਤੁਸੀਂ ਥੋੜ੍ਹੀ ਜਿਹੀ ਜਿਹੜੀ ਦਾਣੇਦਾਰ ਸ਼ੂਗਰ ਹੈਗੀ ਆ, ਉਹ ਥੋੜ੍ਹੀ ਜਿਹੀ ਲਓ, ਉਹਦੇ ਨਾਲ ਇਹ ਹਟ ਜਾਂਦੀ ਹੈ। ਜਾਂ ਫਿਰ ਪੀਨਟ ਬਟਰ ਲੈ ਲਓ, ਜਾਂ ਹੌਟ ਸੌਸ ਔਰ ਵਿਨੇਗਰ, ਸਿਰਕਾ ਲੈ ਲਓ। ਫਿਰ
ਇਹ ਤਾਂ ਇੱਕ ਦੇਖਣ 'ਚ ਆਇਆ ਕਿ ਜੇ ਤੁਸੀਂ ਆਪਣਾ ਬਰੀਥਿੰਗ ਰੋਕ ਲੈਂਦੇ ਆ, ਜਾਂ ਮਤਲਬ ਉਹਦੇ ਨਾਲ ਵੀ ਕੀ ਹੁੰਦਾ ਆ ਕਿ ਉਹਦੇ ਬਰੀਥਿੰਗ ਰੋਕਣ ਦੇ ਨਾਲ ਤੁਹਾਡੀ ਕਾਰਬਨ ਡਾਈਆਕਸਾਈਡ ਜ਼ਿਆਦਾ ਸਿਸਟਮ ਦੇ ਵਿੱਚ ਹੋ ਜਾਂਦੀ ਆ। ਉਹ ਵੀ ਇੱਕ ਕਾਰਨ ਬਣ ਜਾਂਦਾ ਆ ਕਿ ਇਹਨੂੰ ਅਸੀਂ ਰੋਕ ਸਕਦੇ ਹੈਗੇ ਆ। ਫਿਰ ਕਹਿੰਦੇ ਆ ਕਿ ਪਾਣੀ ਤੁਸੀਂ ਪੀਓ ਅਪਸਾਈਡ ਡਾਊਨ, ਜੇ ਮਤਲਬ ਸਿਰ ਥੱਲੇ ਕਰਕੇ ਤੇ ਉੱਪਰ ਪਾਣੀ ਅਗਰ ਪੀਂਦੇ ਆ ਤਾਂ ਉਹਦੇ ਨਾਲ ਵੀ ਤੁਹਾਨੂੰ ਹੋ ਜਾਂਦੀ ਆ। ਫਿਰ ਕਈ ਵਾਰੀ ਜਦੋਂ ਪੇਪਰ ਬੈਗ ਬਰੀਥਿੰਗ ਹੈ, ਇੱਕ ਬੈਗ ਦੇ ਵਿੱਚ ਤੁਸੀਂ ਬਰੀਥ ਕਰੀ ਜਾਂਦੇ ਆ ਜਿੱਦਾਂ ਲਿਫਾਫਾ ਲੈ ਲੈਂਦੇ ਆ ਔਰ ਉਹਦੇ ਵਿੱਚ ਬਰੀਥ ਕਰਦੇ, ਉਹਦਾ ਵੀ ਮਤਲਬ ਇਹੀ ਆ ਕਿ ਤੁਹਾਡੀ ਜਿਹੜੀ ਕਾਰਬਨ ਡਾਈਆਕਸਾਈਡ ਆ, ਆਕਸੀਜਨ ਤੁਹਾਨੂੰ ਮਿਲਦੀ ਨਹੀਂ ਹੈ, ਕਾਰਬਨ ਡਾਈਆਕਸਾਈਡ ਤੁਹਾਡੇ ਬੋਡੀ ਦੀ ਇਕੱਠੀ ਹੋ ਜਾਂਦੀ ਹੈਗੀ ਆ। ਇੱਕ ਡਿਲ ਸੀਡਸ ਹੈ, ਇਹ ਕੋਈ ਮਤਲਬ ਸੀਡ ਹੈ ਜਿਹੜਾ ਕਿ ਯੂਜ਼ ਕਰ ਸਕਦੇ ਹੈਗੇ ਆ। ਜਾਂ ਫਿਰ ਕਈ ਵਾਰੀ ਤੁਸੀਂ ਪੇਪਰ ਟਾਵਲ ਲੈ ਕੇ ਉਹਦੇ ਥਰੂ ਤੁਸੀਂ ਬਰੀਥ ਕਰੋ, ਉਹਦੇ ਨਾਲ ਵੀ ਤੁਹਾਡਾ ਨੈਚੁਰਲੀ ਉਹੀ ਹੈ ਕਿ ਕਾਰਬਨ ਡਾਈਆਕਸਾਈਡ ਤੁਹਾਨੂੰ ਜ਼ਿਆਦਾ ਬੋਡੀ ਦੇ ਵਿੱਚ ਹੋ ਜਾਂਦੀ ਹੈਗੀ ਆ। ਹਨੀ ਜਿਹੜਾ ਸ਼ਹਿਦ ਹੈ ਉਹ ਵੀ ਇਸਤੇਮਾਲ ਕਰਨ ਦੇ ਨਾਲ ਕਈ ਵਾਰੀ ਇਹ ਠੀਕ ਹੋ ਜਾਂਦੀ ਹੈਗੀ ਆ। ਫਿਰ ਪ੍ਰੈਸ਼ਰ ਪੁਆਇੰਟਸ ਹੈਗੇ ਆ, ਤੁਸੀਂ ਆਪਣੀ ਟੰਗ ਜਿਹੜੀ ਹੈਗੀ ਆ ਉਹਨੂੰ ਖਿੱਚੋ, ਪੁੱਲ ਔਨ ਯੂਅਰ ਟੰਗ, ਉਹਨੂੰ ਖਿੱਚਣ ਦੇ ਨਾਲ ਵੀ ਕਈ ਵਾਰੀ ਇਹ ਜਿਹੜੀ ਹਿਕਅਪ ਹੈਗੀ ਆ ਉਹ ਠੀਕ ਹੋ ਜਾਂਦੀ ਆ। ਜਾਂ ਤੁਸੀਂ ਆਪਣੇ ਡਾਇਆਫ੍ਰਾਮ ਜਿਹੜਾ ਤੁਹਾਡਾ ਇੱਥੇ ਹੈ ਚੈਸਟ ਔਰ ਅਬਡੋਮਨ ਦੇ, ਉਹਨੂੰ ਪ੍ਰੈਸ ਕਰੋ, ਪ੍ਰੈਸ ਕਰਨ ਦੇ ਨਾਲ ਵੀ ਕਈ ਵਾਰੀ ਠੀਕ ਹੋ ਜਾਂਦੀ ਆ। ਜਾਂ ਫਿਰ ਤੁਸੀਂ ਆਪਣਾ ਨੋਜ਼ ਜਿਹੜਾ ਹੈ ਜਦੋਂ ਕਲੋਜ਼ਡ ਕਰਨੇ ਆ ਸਵੈਲੋਇੰਗ ਵਾਟਰ, ਤਾਂ ਉਹਨੂੰ ਸਕਵੀਜ਼ ਕਰੋ, ਦਬਾ ਦਿਓ, ਉਹ ਵੀ ਹੋ ਜਾਂਦਾ ਆ। ਜਾਂ ਤੁਹਾਡੀ ਪਾਮ ਜਿਹੜੀ ਹੈਗੀ ਆ ਉਹਨੂੰ ਜ਼ਿਆਦਾ ਸਕਵੀਜ਼ ਕਰੋ, ਜਾਂ ਕਿ ਮਤਲਬ ਇਹਦੇ ਨਾਲ ਕੀ ਆ ਕਿ ਤੁਹਾਨੂੰ ਪੇਨ ਪੁਆਇੰਟ ਹੋਏਗਾ ਤੇ ਪੇਨ ਦੇ ਨਾਲ ਤੁਹਾਡੀ ਵੇਗਸ ਨਰਵ ਜਿਹੜੀ ਹੈਗੀ ਆ ਉਹ ਸਟਿਮੂਲੇਟ ਹੋਏਗੀ। ਜਾਂ ਫਿਰ ਮਸਾਜ ਯੂਅਰ ਕੈਰੋਟਿਡ ਆਰਟਰੀ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈ ਕਿ ਇਹਦੇ ਨਾਲ ਵੀ ਤੁਹਾਡੀ ਹਿਕਅਪ ਜਿਹੜੀ ਹੈਗੀ ਆ ਉਹ ਠੀਕ ਹੋ ਸਕਦੀ ਹੈਗੀ ਆ। ਤੇ ਹਾਊ ਡੂ ਯੂ ਗੈਟ ਰੈਡ ਆਫ ਵਿਦ ਪ੍ਰੈਸ਼ਰ ਪੁਆਇੰਟਸ? ਜਾ ਪੁਆਇੰਟ ਹੈ ਇੱਕ ਇੱਥੇ, ਜਾ ਪੁਆਇੰਟ ਦੇ ਨਾਲ ਵੀ ਇਹਦੇ ਨਾਲ ਹੋ ਜਾਂਦਾ। ਇਹ ਜਿਹੜੀ ਤੁਹਾਡੀ ਫਿੰਗਰ ਹੈਗੀ ਆ, ਇਹ ਸਮਾਲ ਇੰਡੈਂਟ ਬਿਹਾਈਂਡ ਯੂਅਰ ਜਾ ਬੋਨ, ਆ ਜਾ ਬੋਨ ਹੈਗੀ ਆ, ਇਹਦੇ ਪਿਛਲੇ ਪਾਸੇ ਕੰਨਾਂ ਦੇ ਨੀਚੇ, ਇਹਨੂੰ ਜੈਂਟਲੀ ਪ੍ਰੈਸ ਕਰੋ ਜਾ ਬੋਨ ਦੇ ਵੱਲ ਨੂੰ 1 ਜਾਂ 2 ਮਿੰਟ ਲਈ। ਬਹੁਤ ਜਦੋਂ ਤੁਸੀਂ ਇਹਨੂੰ ਪ੍ਰੈਸ ਕਰੋਗੇ ਤਾਂ ਤੁਹਾਨੂੰ ਖਾਂਸੀ ਵਗੈਰਾ ਵੀ ਆਏਗੀ। ਇਹ ਡੀਪ ਬਰੀਥਿੰਗ ਤੇ ਫੋਕਸ ਕਰੋ, ਇਹਨੂੰ ਦਬਾ ਕੇ ਫਿਰ ਰਿਲੀਜ਼ ਕਰ ਦਿਓ। ਇਹ ਜਿਹੜਾ ਪੁਆਇੰਟ ਹੈਗਾ ਇਹ ਫਿਰ ਤੁਹਾਨੂੰ ਜ਼ਿਆਦਾ ਦਰਦ ਭਰਿਆ ਲੱਗੇਗਾ, ਉਹਦਾ ਪੇਨ ਨਹੀਂ ਹੋਏਗਾ, ਪਰ ਇਹਦੇ ਤੇ ਤੁਹਾਨੂੰ ਦਰਦ ਮਹਿਸੂਸ ਹੋਏਗਾ। ਇਹਦੇ ਕਰਕੇ ਇਹਦੇ ਕਰਨ ਨਾਲ ਵੀ ਤੁਹਾਨੂੰ ਠੀਕ ਹੋ ਸਕਦਾ ਹੈਗਾ ਆ। ਫਿਰ ਜਿਹੜੀਆਂ ਚੀਜ਼ਾਂ ਤੁਸੀਂ ਖਾ ਸਕਦੇ ਤੇ ਡਰਿੰਕ ਕਰ ਸਕਦੇ ਹੈਗੇ ਆ, ਇੱਕ ਤਾਂ ਆਈਸ ਵਾਟਰ ਹੈਗਾ, ਪਾਣੀ ਆਈਸ ਵਾਟਰ, ਠੰਡਾ ਪਾਣੀ ਬਰਫ਼ ਵਾਲਾ ਤੁਸੀਂ ਪੀ ਸਕਦੇ ਆ। ਇਹ ਆਪੋਜ਼ਿਟ ਸਾਈਡ ਆਫ ਦਾ ਗਲਾਸ, ਕੀ ਆ ਕਿ ਇਧਰੋਂ ਨਹੀਂ ਪੀਣਾ, ਇਧਰੋਂ ਪੀਣਾ ਹੈ ਦੂਜੇ ਪਾਸਿਓਂ। ਮਤਲਬ ਉਹਦੇ ਨਾਲ ਵੀ ਇਹ ਕੋਈ ਨੁਸਖਾ ਹੈ ਮੇਰਾ ਖਿਆਲ ਆ ਕਿ ਜਿਹੜਾ ਦੱਸਿਆ ਗਿਆ ਹੈਗਾ, ਆਪੋਜ਼ਿਟ ਸਾਈਡ ਆਫ ਦਾ ਗਲਾਸ ਜਿਹੜਾ ਆ ਉਹ ਤੁਸੀਂ ਅਗਰ ਪੀਨੇ ਆ ਤੇ ਉਹਦੇ ਨਾਲ ਵੀ ਇਹ ਠੀਕ ਹੋ ਸਕਦੀ ਹੈ। ਇਹ ਮਤਲਬ ਬਰੀਥਿੰਗ ਨਹੀਂ ਸਟਾਪ ਕਰਨੀ, ਬਰੀਥਿੰਗ ਲੈਂਦੇ ਰਹਿਣਾ ਹੈਗਾ। ਜਾਂ ਜਿੱਦਾਂ ਪਹਿਲਾਂ ਦੱਸਿਆ ਪੇਪਰ ਟਾਵਲ ਜਾਂ ਕਲੌਥ ਦੇ ਵਿੱਚੋਂ ਲੈਣਾ ਆ, ਤੇ ਜਾਂ ਫਿਰ ਤੁਸੀਂ ਆਈਸ ਕਿਊਬ ਲੈ ਕੇ ਉਹਨੂੰ ਸੱਕ ਕਰਨਾ ਹੈਗਾ ਆ। ਜਾਂ ਫਿਰ ਕਈ ਵਾਰੀ ਗਾਰਗਲ ਆਈਸ ਵਾਟਰ ਦੇ ਕਰਨੇ ਹੈਗੇ ਆ, ਮਤਲਬ ਥੋੜਾ ਠੰਡਾ ਪਾਣੀ ਲੈ ਕੇ ਉਹਦੇ ਗਰਾਰੇ ਕਰ ਲੈਣੇ ਹੈਗੇ ਆ, ਉਹ ਵੀ ਇਹਦੇ ਨਾਲ ਇਫੈਕਟ ਕਰਦਾ ਹੈਗਾ ਆ। ਕਈ ਵਾਰੀ ਲੈਮਨ ਨੂੰ ਸੱਕ ਕਰਨਾ, ਨਿੰਬੂ ਲੈ ਕੇ, ਕਿਉਂਕਿ ਇਹ ਟੋਟਕੇ ਜਿਹੜੇ ਹੈਗੇ ਆ ਇਹ ਬਹੁਤ ਸਾਰੇ ਦਿੱਤੇ ਹੋਏ ਹੈਗੇ ਆ। ਲੈਮਨ ਨੂੰ ਸੱਕ ਕਰਕੇ ਉਹਨਾਂ ਵੀ ਠੀਕ ਕਰ ਸਕਦੇ ਆ। ਜਾਂ ਫਿਰ ਆਪਣੀ ਜੀਭ ਦੇ ਉੱਤੇ ਇੱਕ ਡ੍ਰੌਪ ਤੁਸੀਂ ਸਿਰਕੇ ਦਾ ਪਾ ਲਓ, ਉਹਦੇ ਨਾਲ ਵੀ ਇਰੀਟੇਸ਼ਨ ਕਰਨਾ ਹੈਗਾ ਆ। ਬੈਕ ਆਫ ਦਾ ਨੈਕ ਤੁਸੀਂ ਰਗੜਦੇ ਹੈਗੇ ਆ, ਜਾਂ ਟੈਪ ਕਰਦੇ ਆ ਜਾਂ ਰਗੜਦੇ ਹੈਗੇ ਆ, ਉਹਦੇ ਨਾਲ ਵੀ ਤੁਹਾਡੇ ਮਤਲਬ ਤਾਂ ਵੇਗਸ ਨਰਵ ਨੂੰ ਸਟਿਮੂਲੇਟ ਕਰਨਾ ਹੈਗਾ।
ਜਾਂ ਫਿਰ ਥਰੋਟ ਦੇ ਵਿੱਚ ਕਾਟਨ ਸਵੈਬ ਦੇ ਨਾਲ ਤੁਸੀਂ ਉਂਗਲੀ ਪਾ ਕੇ ਜਾਂ ਕਾਟਨ ਸਵੈਬ ਦੇ ਨਾਲ ਜਿੱਦਾਂ ਪੋਕ ਕਰਦੇ ਹੈਗੇ ਆ ਤੇ ਉਹ ਇਰੀਟੇਟ ਕਰਦੇ ਹੈਗੇ ਆ, ਤਾਂ ਉਹਦੇ ਨਾਲ ਵੀ ਇਹ ਹੋ ਸਕਦਾ ਹੈ। ਜਾਂ ਫਿਰ ਕਈ ਵਾਰੀ ਕਹਿੰਦੇ ਆ ਕਿ ਜੇ ਤੁਸੀਂ ਕਿਸੇ ਨੂੰ ਅੰਗੇਜ ਕਰ ਦਿਓ, ਦਿਮਾਗ ਦੇ ਵਿੱਚ ਕੋਈ ਏਦਾਂ ਦੀ ਗੱਲ ਕਰ ਦਿਓ ਕਿ ਉਹ ਅੰਗੇਜ ਹੋ ਜਾਏ, ਜਿੱਦਾਂ ਵੀਡੀਓ ਗੇਮ 'ਚ ਆ, ਜਾਂ ਕੋਈ ਪਜ਼ਲ ਕੋਈ ਏਦਾਂ ਦੀ ਪਜ਼ਲ ਦੇ ਦਿਓ, ਕੈਲਕੂਲੇਸ਼ਨ ਕਰ ਦਿਓ ਜਾਂ ਦੇ ਦਿਓ, ਤਾਂ ਕਿ ਉਹਦਾ ਦਿਮਾਗ ਜਿਹੜਾ ਹੈਗਾ ਆ ਕਿਸੇ ਹੋਰ ਪਾਸੇ ਚਲ ਜਾਏ। ਮੇਰਾ ਇੱਕ, ਮੈਂ ਤੁਹਾਨੂੰ ਸਟੋਰੀ ਸੁਣਾਉਣਾ ਕਿ ਉਹਨੂੰ ਇਸੇ ਤਰ੍ਹਾਂ ਇੱਕ ਮੇਰਾ ਫਰੈਂਡ ਸੀ, ਉਹਨੂੰ ਫਿਰ ਕਹਿ ਦਿੱਤਾ ਕਿ ਤੂੰ ਤਾਂ ਉੱਥੇ ਚੋਰੀ ਕੀਤੀ ਆ। ਉਹ 2-3 ਮਿੰਟ ਬਾਅਦ ਉਹਦੀ ਹਿੱਕਅਪ ਬੰਦ ਹੋ ਗਈ, ਤੇ ਬਾਅਦ ਦੇ ਵਿੱਚ ਉਹਨੂੰ ਕਿਹਾ ਕਿ ਨਹੀਂ ਨਹੀਂ, ਇਹ ਤਾਂ ਮੈਂ ਤੇਰੀ ਹਿੱਕਅਪ ਰੋਕਣ ਲਈ ਤੈਨੂੰ ਕਿਹਾ ਸੀ। ਉਹ ਵਿਚਾਰਾ ਪਰੇਸ਼ਾਨ ਹੋ ਗਿਆ, ਮੈਂ ਤਾਂ ਚੋਰੀ ਕੀਤੀ ਨਹੀਂ, ਮੈਨੂੰ ਕਿੱਦਾਂ, ਉਹ ਕਿਉਂਕਿ ਉਹਦਾ ਡਾਇਵਰਟ ਕਰਨਾ ਸੀ, ਉਹਦਾ ਧਿਆਨ ਡਾਇਵਰਟ ਕਰ ਦਿੱਤਾ, ਤੇ ਉਹਦੇ ਨਾਲ ਉਹਦੀ ਹਿੱਕਅਪ ਠੀਕ ਹੋ ਗਈ। ਹੋਮ ਰੈਮੀਡੀਜ਼ ਹੈਗੀਆਂ, ਪੇਪਰ ਬੈਗ ਜਿੱਦਾਂ ਮੈਂ ਦੱਸਿਆ, ਕਿ ਗ੍ਰੈਨੂਲੇਟਡ ਸ਼ੂਗਰ ਦਾ ਦੱਸਿਆ, ਆਪਣਾ ਸਾਹ ਰੋਕਣ ਦੇ ਨਾਲ ਸਾਹ ਰੋਕ ਲਓ, ਜਾਂ ਪੇਪਰ ਬੈਗ ਕਾਰਬਨ ਡਾਈਆਕਸਾਈਡ ਦਾ ਹੈਗਾ ਆ। ਫਿਰ ਜਿਹੜਾ ਤੁਹਾਡਾ ਉੱਪਰਲਾ ਹੈਗਾ ਆ, ਓਵੂਲਾ ਹੈਗਾ ਆ, ਉਹਨੂੰ ਇਰੀਟੇਟ ਕਰਨ ਦਾ ਹੈਗਾ ਆ। ਫਿਰ ਡਕਾਰ ਲੈਣੇ ਜਾਂ ਬੈਲਚ ਕਰਨਾ, ਗੈਸਪ ਕਰਨਾ, ਉਹ ਵੀ ਹੈਗਾ ਆ। ਤੇ ਤੁਸੀਂ ਆਪਣੀ ਚੈਸਟ ਦੇ ਨਾਲ ਜਦੋਂ ਲੇਟਦੇ ਆ ਤਾਂ ਨੀਜ਼ ਨੂੰ ਚੈਸਟ ਦੇ ਨਾਲ ਲਗਾ ਲਓ, ਉਸ ਪੋਜੀਸ਼ਨ 'ਚ ਰਹੋ। ਵੈਲ ਸੈਲਵਾ ਮੈਨੂਵਰ ਕਰ ਲਓ, ਕਿ ਨੱਕ ਬੰਦ ਕਰਕੇ ਜ਼ੋਰ ਦੀ ਤੁਸੀਂ ਸਾਹ ਲੈਣ ਦੀ ਕੋਸ਼ਿਸ਼ ਕਰੋ। ਜਦੋਂ ਮਾਊਥ ਔਰ ਨੱਕ ਤੁਹਾਡਾ ਬੰਦ ਹੁੰਦਾ, ਫੋਰਸੀਬਲੀ ਸਾਹ ਬਾਹਰ ਕੱਢਣ ਦੀ ਕੋਸ਼ਿਸ਼ ਕਰੋ। ਫਿਰ ਰਿਲੈਕਸ ਤੇ ਬਰੀਥ ਸਲੋ ਕਰੋ ਕੰਟਰੋਲਡ ਮੈਨਰ ਦੇ ਨਾਲ। ਇਹ ਸਾਰੀਆਂ ਜਿਹੜੀਆਂ ਵਿਧੀਆਂ ਹੈਗੀਆਂ, ਇਹ ਤੁਹਾਡੀ ਵੇਗਸ ਨਰਵ ਨੂੰ ਸਟਿਮੂਲੇਟ ਕਰਨ ਦੀਆਂ ਹੈਗੀਆਂ ਆ। ਇਮੀਡੀਏਟਲੀ ਕਿਸ ਤਰ੍ਹਾਂ ਹੋਏਗਾ, ਤੇ ਮੇਜਰਡ ਬਰੀਦਿੰਗ ਜਿਹੜੀ ਹੈਗੀ ਆ, ਆਰਾਮ ਦੇ ਨਾਲ ਹੌਲੀ ਹੌਲੀ ਮਤਲਬ ਸਾਹ ਲੈ ਕੇ ਤੇ ਬਹੁਤ ਹੌਲੀ ਹੌਲੀ ਛੱਡਣਾ ਹੈਗਾ ਆ। ਰੈਸਪੀਰੇਟਰੀ ਸਿਸਟਮ ਜਿਹੜਾ ਹੈਗਾ ਆ, ਉਹਨੂੰ ਸਲੋ ਤੇ ਮੇਜਰਡ ਬਰੀਦਿੰਗ ਦੇ ਨਾਲ ਚਲਾਉਣਾ ਹੈਗਾ ਆ। ਕਈ ਵਾਰੀ ਆਪਣਾ ਜਿਹੜਾ ਬਰੀਦਿੰਗ ਹੈਗੀ ਆ, ਸਾਹ ਹੈਗਾ ਆ, ਉਹਨੂੰ ਰੋਕ ਲੈਣਾ ਹੈਗਾ ਆ। ਫਿਰ ਵੱਡਾ ਸਾਰਾ ਏਅਰ ਜਿਹੜੀ ਹੈਗੀ ਆ ਅੰਦਰ ਲਿਜਾਣੀ ਹੈਗੀ ਆ, ਤੇ 10-20 ਸੈਕਿੰਡ ਲਈ, ਤੇ ਇਹਨੂੰ ਬਹੁਤ ਹੌਲੀ ਹੌਲੀ ਮਤਲਬ 1-1.5 ਮਿੰਟ ਦੇ ਲਈ ਇਹਨੂੰ ਮਤਲਬ ਬਾਹਰ ਕੱਢਣਾ ਹੈਗਾ ਆ। ਫਿਰ ਤੁਸੀਂ ਆਪਣੇ ਜਿਹੜੇ ਨੀਜ਼ ਹੈਗੇ ਆ, ਉਹਨਾਂ ਨੂੰ ਲਾਉਣਾ ਹੈ ਕੰਪਰੈਸ, ਚੈਸਟ ਨੂੰ ਕੰਪਰੈਸ ਕਰਨਾ ਹੈਗਾ ਆ। ਵੈਲਸੈਲਵਾ ਮੈਨੂਵਰ ਜਿਹੜਾ ਮੈਂ ਦੱਸਿਆ ਹੈਗਾ, ਕਿ ਨੱਕ ਔਰ ਮੂੰਹ ਨੂੰ ਬੰਦ ਕਰਕੇ ਫੋਰਸੀਬਲੀ ਤੁਸੀਂ ਆਪਣੀ ਸਾਹ ਜਿਹੜਾ ਹੈਗਾ ਉਹ ਬਾਹਰ ਕੱਢਣਾ ਹੈਗਾ। ਇਹ ਕੁਛ ਇੱਕ ਗੱਲਾਂ ਹੈਗੀਆਂ ਜਿਹੜੀਆਂ ਕਿ ਤੁਸੀਂ ਅਪਲਾਈ ਕਰ ਸਕਦੇ ਹੋ, ਤੇ ਇਸ ਇਰੀਟੇਟਿੰਗ ਡਿਜ਼ੀਜ਼ ਜਿਹੜੀ ਹੈ, ਬਹੁਤੀ ਕਾਮਨ ਤਾਂ ਨਹੀਂ ਹੈ, ਪਰ ਜਦੋਂ ਇਹ ਜ਼ਿਆਦਾ ਦੇਰ ਹੋ ਜਾਂਦੀ ਹੈਗੀ ਆ, ਤਾਂ ਉਸ ਵੇਲੇ ਡੈਫੀਨੇਟਲੀ ਇਹ ਜ਼ਿਆਦਾ ਤੰਗ ਕਰਦੀ ਹੈਗੀ ਆ। ਸੋ ਇਹ ਮੇਰਾ ਖਿਆਲ ਹੈ ਕਿ ਤੁਹਾਨੂੰ ਕੁਛ ਨਾ ਕੁਛ ਇਸ ਟਾਕ ਤੋਂ ਇਨਫੋਰਮੇਸ਼ਨ ਮਿਲੀ ਹੋਏਗੀ। ਸ਼ੁਕਰੀਆ, ਮਿਹਰਬਾਨੀ, ਥੈਂਕ ਯੂ। ਜੀ ਸਰ, ਥੈਂਕ ਯੂ ਵੈਰੀ ਮਚ। ਜਿਹੜੀ ਸਰ ਸਟੋਰੀ ਸੁਣਾਈ ਆ ਤੁਸੀਂ, ਉਹ ਮੇਰੇ ਨਾਲ ਖੁਦ ਵੀ ਏਦਾਂ ਹੋਇਆ ਸੀਗਾ। ਤੇ ਮੇਰੇ ਹਾਂਜੀ। ਦਾਦੀ ਜੀ ਸੀਗੇ, ਉਹਨਾਂ ਨੇ ਏਦਾਂ ਮਤਲਬ ਮੈਨੂੰ ਇੱਕਦਮ ਸ਼ੌਕ ਜਿਹਾ ਕੀਤਾ, ਮੇਰੀ ਹਿਚਕੀ ਨਹੀਂ ਸੀ ਹਟ ਰਹੀ ਪਿਛਲੇ 2 ਦਿਨਾਂ ਤੋਂ। ਤੇ ਹਾਂਜੀ, ਹਾਂਜੀ। ਉਹਨਾਂ ਨੇ ਏਦਾਂ ਹੀ ਕੁਝ ਸ਼ੌਕ ਜਿਹਾ ਕਿਹਾ ਕਿ ਤੂੰ ਏਦਾਂ ਦੁਕਾਨ ਤੋਂ ਨਮਕ ਦਾ ਪੈਕੇਟ ਚੱਕ ਕੇ ਲੈ ਆਈ ਸੀ, ਤੂੰ ਪੈਸੇ ਨਹੀਂ ਦੇ ਕੇ ਆਈ। ਤੇ ਮੈਂ 2 ਮਿੰਟ ਸੋਚ ਹੀ ਪੈ ਗਈ ਕਿ ਮੈਂ ਨਹੀਂ ਲੈ ਕੇ ਆਈ ਏਦਾਂ ਕੁਝ। ਤੇ ਉਹ ਹਿਚਕੀ ਤੇ ਬਿਲਕੁਲ ਉਸ ਟਾਈਮ ਠੀਕ ਹੋ ਗਈ, ਉਹ 2 ਮਿੰਟ ਵਿੱਚ ਹੀ ਮਤਲਬ ਡਾਇਵਰਟ ਹੋਣ ਨਾ ਦਿਮਾਗ। ਹਾਂਜੀ, ਹਾਂਜੀ, ਮਤਲਬ ਇਹ ਹਾਂਜੀ। ਬੜਾ ਅਪਣਾਇਆ ਹੋਇਆ ਨੁਸਖਾ ਸੀਗਾ, ਤੇ ਮੈਨੂੰ ਖੁਦ ਯਾਦ ਆ ਗਿਆ ਕਿ ਨਹੀਂ ਏਦਾਂ ਹਾਂਜੀ, ਹੋਇਆ। ਤੇ ਸਰ, ਜਿਹੜੀ ਹਾਂਜੀ। ਤੁਸੀਂ ਡਿਲ ਸੀਡਸ ਦੀਆਂ ਗੱਲ ਕੀਤੀ ਸੀਗੀ, ਉਹਨੂੰ ਪਹਾੜੀ ਸੌਂਫ ਕਹਿੰਦੇ ਹੈਗੇ ਆ। ਅੱਛਾ, ਹਾਂ, ਮੈਨੂੰ ਨਹੀਂ ਸੀ ਪਤਾ ਇਹਦਾ ਬਾਰੇ। ਹਾਂ, ਹਾਂਜੀ ਸਰ, ਅੱਛਾ, ਕੌੜੀ ਸੌਂਫ ਕਹਿ ਦਿੰਦੇ ਆ, ਹੁੰਦੀ ਏ ਜਿੱਦਾਂ ਹਰੀ ਸੌਂਫ ਵਰਗੀ ਆ। ਤੇ ਅੱਛਾ, ਅੱਛਾ, ਬਟ ਥੋੜੀ ਪਹਾੜੀ ਸੌਂਫ ਆਏ, ਉਹਦੇ ਨਾਲੋਂ ਜਿੱਦਾਂ ਲੌਂਗ ਲਾਸਟਿੰਗ ਇਹਦਾ ਫਲੇਵਰ ਨਹੀਂ ਹੁੰਦਾ। ਅੱਛਾ, ਆਪਣੀ ਠੀਕ ਜਿਹੜੀ ਹੈ, ਹਰੀ ਠੀਕ, ਸੌਂਫ ਆ, ਉਹਦਾ ਫਲੇਵਰ ਵਧੀਆ ਰਹਿੰਦਾ। ਇਹਦਾ ਦੱਸਣ ਮੁਤਾਬਿਕ ਇਹ ਆ ਵੀ ਫਲੇਵਰ ਇੰਨਾ ਗੁੱਡ ਨਹੀਂ ਹੁੰਦਾ। ਠੀਕ ਹੈ, ਤੇ ਮਤਲਬ ਠੀਕ ਹੈ। ਲੌਂਗ ਲਾਸਟਿੰਗ ਨਹੀਂ ਆ, ਬਟ ਓਦਾਂ ਗੁੱਡ ਹੈਗੀ ਹਿਕਅਪ ਦੇ ਵਿੱਚ। ਗੁੱਡ, ਗੁੱਡ, ਤੇ ਠੀਕ ਹੈ। ਇੱਕ ਸਰ, ਜਿੱਦਾਂ ਤੁਸੀਂ ਸਿਰਕੇ ਬਾਰੇ ਦੱਸਿਆ ਸੀਗਾ, ਇੱਕ ਤਾਂ ਸਿਰਕਾ ਕੀ ਤੁਸੀਂ ਕਹਿੰਦੇ ਡ੍ਰੌਪ ਜਿੱਦਾਂ ਹਾਂ, ਟੰਗ ਤੇ ਜੀਭ ਆਪਣੇ। ਦੇ ਉੱਤੇ ਰੱਖ ਲੈਣਾ। ਹਾਂਜੀ, ਤੇ ਇੱਕ ਸਰ ਤੁਸੀਂ ਏਦਾਂ ਕਿਹਾ ਕਿ ਵਿਨੇਗਰ, ਓਦਾਂ ਤੁਸੀਂ ਮਤਲਬ
ਡਰਿੰਕ ਕਰਨਾ ਉਹ ਸਰ ਕਿੱਦਾਂ ਕੋਸੇ ਪਾਣੀ ਦੇ ਵਿੱਚ ਪਾ ਕੇ ਜਾਂ ਕਿੱਦਾਂ? ਉਹ ਤੁਸੀਂ ਪਾਣੀ ਕੋਸਾ ਹੋਵੇ ਜਾਂ ਵੈਸਾ ਵੀ ਹੋਵੇ, ਉਹਦੇ ਵਿੱਚ ਤਕਰੀਬਨ ਤੁਸੀਂ 1 ਟੇਬਲ ਸਪੂਨ, ਠੀਕ ਹੈ ਪਹਿਲਾਂ ਹੌਲੀ-ਹੌਲੀ ਤੁਸੀਂ 1 ਚਮਚ ਟੀਸਪੂਨ ਤੋਂ ਸ਼ੁਰੂ ਕਰੋ। ਜੀ 1 ਟੇਬਲ ਸਪੂਨ ਤੁਸੀਂ ਲੈ ਕੇ ਤੇ 1 ਗਲਾਸ ਦੇ ਵਿੱਚ ਤੁਸੀਂ ਪਾ ਕੇ ਤੇ ਉਹ ਪੀ ਸਕਦੇ ਹੈਗੇ ਆ। ਓਕੇ ਸਰ। ਤੇ ਓਦਾਂ ਸਰ ਜਿੱਦਾਂ ਮਤਲਬ ਅਗਰ ਬਰੀਥਿੰਗ ਰੋਕ ਵੀ ਲੈਂਦੇ ਆ ਤੇ ਇਹ ਵੀ ਬੜਾ ਮਤਲਬ ਕਾਰਗਰ ਨੁਸਖਾ ਹੈਗਾ ਆ, ਮਤਲਬ ਰੋਕ ਕੇ ਵੀ। ਲਿਫਾਫੇ ਦੇ ਵਿੱਚ ਈਜ਼ੀ ਹੁੰਦਾ, ਓਦਾਂ ਰੋਕਣਾ ਬਹੁਤ ਮੁਸ਼ਕਲ ਹੈਗਾ। ਅਗਰ ਹਾਂਜੀ ਤੁਸੀਂ ਇੱਕ ਲਿਫਾਫੇ ਦੇ ਵਿੱਚ ਕਰਦੇ ਹੈਗੇ ਆ ਤਾਂ ਉਹ ਈਜ਼ੀ ਹੈਗਾ, ਕਰਨ ਨੂੰ ਓਕੇ ਈਜ਼ੀ ਹੈ। ਠੀਕ ਠੀਕ ਹੈ ਸਰ ਠੀਕ ਹੈ। ਤੇ ਸਰ ਜੇ ਮਤਲਬ ਇਹ ਜਿੱਦਾਂ ਮੰਨ ਲਓ 3-4 ਦਿਨ ਲਗਾਤਾਰ ਹਿਚਕੀ ਆ ਰਹੀ ਹੈ ਤਾਂ ਇਟ ਮੀਨਸ ਫਿਰ ਡਾਇਗਨੋਸ ਕਰਵਾਉਣਾ ਚਾਹੀਦਾ ਹੈਗਾ ਕੋਈ ਹਾਂ, ਬਲੱਡ ਬਿਲਕੁਲ, ਟੈਸਟ? ਫਿਰ ਇਹਦਾ ਮਤਲਬ ਆ ਕਿ ਜਿਹੜੀ ਇੱਕ ਸੀਰੀਅਸ ਚੀਜ਼ ਹੈਗੀ ਆ। ਠੀਕ ਹੈ ਸਰ ਨਿਮੋਨੀਆ ਹੋ ਸਕਦਾ, ਕੋਈ ਪਲੂਰਸੀ ਡਾਇਆਫ੍ਰਾਮ ਦੀ ਹੋ ਸਕਦੀ ਆ, ਕੋਈ ਕਿਡਨੀ ਦੇ ਵਿੱਚ ਪ੍ਰੋਬਲਮ ਹੋ ਸਕਦੀ ਆ, ਤੁਹਾਡੇ ਲਿਵਰ ਦੇ ਵਿੱਚ ਪ੍ਰੋਬਲਮ ਹੋ ਸਕਦੀ ਹੈਗੀ ਆ। ਜੇ ਉਹ ਫਿਰ ਸੀਰੀਅਸ ਚੀਜ਼ ਹੈਗੀ ਆ, ਉਹਦਾ ਡਾਇਗਨੋਸਿਸ ਕਰਾਉਣਾ ਬਹੁਤ ਜ਼ਰੂਰੀ ਹੈਗਾ ਆ। ਠੀਕ ਹੈ ਸਰ। ਤੇ ਇਹਦੇ ਵਿੱਚ ਸਰ ਇੱਕ ਹੋਰ ਆ ਕਿ ਜਿੱਦਾਂ ਹਿਚਕੀ ਦੇ ਨਾਲ ਨਾਲ ਖੱਟੇ ਡਕਾਰ ਵੀ ਕਈ ਵਾਰ ਆ ਜਾਂਦੇ ਆ, ਹਿਚਕੀ ਦੇ ਹਾਂ, ਨਾਲ ਉਹ ਖੱਟੇ। ਇਹੀ ਆ ਨਾ, ਉਹਦੇ ਗਰਡ ਮੈਂ ਜਿਸ ਤਰ੍ਹਾਂ ਕਿਹਾ ਆ ਤੁਹਾਨੂੰ ਹਾਂਜੀ ਕਿ ਹਾਂਜੀ ਗੈਸਟ੍ਰੋਐਸੋਫੇਜੀਅਲ ਰਿਫਲਕਸ ਡਿਜ਼ੀਜ਼ ਹੈਗੀ ਆ, ਉਹ ਵੀ ਇਰੀਟੇਸ਼ਨ ਹੀ ਕਰਦੀ ਹੈਗੀ। ਸਟਮਕ ਨੂੰ ਇਰੀਟੇਸ਼ਨ ਕਰੇਗੀ ਤਾਂ ਵੇਗਸ ਨਰਵ ਸਪਲਾਈ ਕਰਦੀ ਆ, ਵੇਗਸ ਨਰਵ ਵੀ ਹੋ ਜਾਂਦੀ ਹੈਗੀ ਆ। ਕਈ ਵਾਰੀ ਤੁਸੀਂ ਜ਼ਿਆਦਾ ਮਿਰਚਾਂ ਵਾਲੀਆਂ ਚੀਜ਼ਾਂ ਖਾ ਲਓ ਤਾਂ ਫਿਰ ਇੱਕਦਮ ਤੁਹਾਨੂੰ ਹਿਚਕੀ ਆਉਣੀ ਸ਼ੁਰੂ ਹੋ ਜਾਂਦੀ ਹੈਗੀ ਆ। ਹਾਂਜੀ ਹਾਂਜੀ ਸਰ, ਇਹ ਤਾਂ ਰੈਗੂਲਰ ਹੁੰਦਾ ਹੈਗਾ। ਤੇ ਬਾਕੀ ਸਰ ਜਿਹੜੇ ਜਿੰਨੀਆਂ ਵੀ ਤੁਸੀਂ ਮਤਲਬ ਰੈਮੇਡੀਜ਼ ਦੱਸੀਆਂ ਹੈਗੀਆਂ ਉਹ ਬਹੁਤ ਜ਼ਿਆਦਾ ਮਤਲਬ ਵਧੀਆ ਵੀ ਹੈਗੀਆਂ ਤੇ ਕੁਝ ਅਪਣਾਈਆਂ ਵੀ ਹੋਈਆਂ ਆ ਤੇ ਕੁਝ ਜਿਹੜੀਆਂ ਰਹਿ ਗਈਆਂ ਮਤਲਬ ਕੋਸ਼ਿਸ਼ ਆ ਕਿ ਜਿਹੜੇ ਰਿਕਾਰਡਿੰਗ ਸੁਣੂਗੇ ਤਾਂ ਉਹ ਅਪਣਾਉਣ ਦੀ ਕੋਸ਼ਿਸ਼ ਕਰਨ ਤੇ ਅਗਰ ਕਿਸੇ ਨੂੰ ਕੋਈ ਸੀਰੀਅਸ ਹਿਕਅਪ ਦੀ ਪ੍ਰੋਬਲਮ ਹੈਗੀ ਆ ਤਾਂ ਉਹ ਆਪਣੇ ਆਪ ਨੂੰ ਡਾਇਗਨੋਸ ਕਰਵਾ ਲੈਣ ਤੇ ਜੋ ਵੀ ਟੈਸਟ ਵਗੈਰਾ ਸੁਜੈਸਟ ਕੀਤੇ ਹੈਗੇ ਆ ਜਾਂ ਕੋਈ ਜਿਹਨਾਂ ਤੋਂ ਚੈੱਕ ਕਰਵਾਉਂਦੇ ਆ ਸੁਜੈਸਟ ਕਰੋਗੇ ਤਾਂ ਕਰਾ ਲੈਣੇ ਚਾਹੀਦੇ ਆ। ਤੇ ਬਾਕੀ ਨੈਚੁਰਲੀ ਢੰਗ ਨਾਲ ਕਿੱਦਾਂ ਠੀਕ ਹੋ ਸਕਦੇ ਹੋ ਤਾਂ ਤੁਸੀਂ ਕਾਫੀ ਜ਼ਿਆਦਾ ਗਾਈਡ ਕੀਤਾ ਹੈਗਾ ਔਰ ਬਹੁਤ ਜ਼ਿਆਦਾ ਹਾਂਜੀ, ਇਹ ਟੌਪਿਕ ਵਧੀਆ ਵੀ ਸੀਗਾ ਔਰ ਵੈਲਿਊਏਬਲ ਵੀ ਸੀ ਔਰ ਇੱਕ ਕਾਮਨ ਡਿਸੀਜ਼ ਆ ਇਹ ਹਰ ਇੱਕ ਨੂੰ ਇਹਨੇ ਐਕਸਪੀਰੀਅੰਸ ਕੀਤਾ ਹਰ ਇੱਕ ਜਾਣੇ ਨੇ। ਤੇ ਅੱਜ ਦਾ ਜਿਹੜਾ ਟੌਪਿਕ ਹੈਗਾ ਆ ਫਿਰ ਆਪਾਂ ਸਰ ਇੱਥੇ ਕਲੋਜ਼ ਕਰਦੇ ਹਾਂ ਤੇ ਠੀਕ ਹੈ ਜੀ। ਨੈਕਸਟ ਸੰਡੇ 9 PM onwards ਫਿਰ ਤੋਂ ਜਿਹੜੇ ਆ ਦਾ ਹਰਬਲ ਅਰਥ ਡਾਕਟਰ JS ਵਿਰਕ ਜੀ ਤੇ ਨਾਲ ਆਪਾਂ ਰੂਬਰੂ ਹੋਵਾਂਗੇ ਤੇ ਜਿਹੜੀਆਂ ਇਹਦੀਆਂ ਰਿਕਾਰਡਿੰਗਸ ਹੈਗੀਆਂ ਆ ਤੇ ਲੋਕੀ ਸਰ ਸੁਣ ਰਹੇ ਹੈਗੇ ਆ ਰਿਕਾਰਡਿੰਗਸ ਨੂੰ ਵੀ ਤੇ ਹੋਪ ਸ਼ਾਇਦ ਠੀਕ ਹੈ। ਟਾਈਮ ਦੀ ਮੈਨੇਜਮੈਂਟ ਕਰਕੇ ਡਿਸਮੈਨੇਜਮੈਂਟ ਜਾਂ ਮੈਨੇਜਮੈਂਟ ਨਹੀਂ ਹੋ ਪਾ ਰਹੀ ਲੋਕਾਂ ਕੋਲ ਜਿਹੜੇ ਰਿਕਾਰਡਿੰਗਸ ਕਈ ਵਾਰ ਸੌਰੀ ਵੈਬਿਨਾਰ 'ਚ ਨਹੀਂ ਅਵੇਲੇਬਲ ਹੋ ਪਾਉਂਦੇ ਤੇ ਬਟ ਰਿਕਾਰਡਿੰਗ ਸੁਣ ਰਹੇ ਹੈਗੇ ਆ ਸ਼ੇਅਰ ਵੀ ਕਰ ਰਹੇ ਆ ਤੇ ਆਪਣੀ ਲਾਈਫਸਟਾਈਲ 'ਚ ਅਪਲਾਈ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਆ ਰਿਜ਼ਲਟਸ ਵੀ ਮਿਲ ਰਹੇ ਹੈਗੇ ਆ ਮਤਲਬ ਐਜ਼ ਪ੍ਰੈਕਟਿਸ ਰੋਜ਼ ਸੁਣਨ ਨੂੰ ਮਿਲ ਰਹੇ ਹੈਗੇ ਆ ਡਿਸਕਸ ਕਰਦੇ ਆ ਆਪਣੇ ਰਿਜ਼ਲਟਸ ਤੇ ਫਿਰ ਆਪਾਂ ਨੈਕਸਟ ਸੰਡੇ ਇੱਕ ਵਧੀਆ ਜਿਹੇ ਟੌਪਿਕ ਦੇ ਨਾਲ ਰੂਬਰੂ ਹੋਵਾਂਗੇ ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ ਥੈਂਕ ਯੂ ਜੀ, ਥੈਂਕ ਯੂ। ਥੈਂਕ ਯੂ ਟੂ ਆਲ ਆਫ ਯੂ ਐਂਡ ਗੁੱਡ ਮਾਰਨਿੰਗ ਡਾਕਟਰ ਸਾਹਿਬ ਗੁੱਡ ਮਾਰਨਿੰਗ ਜੀ। ਐਂਡ ਗੁੱਡ ਇਵਨਿੰਗ ਟੂ ਆਲ ਆਫ ਯੂ